ਪਟਿਆਲਾ ਦੀ ਸਿੰਡੀਕੇਟ ਨੇ ਮੀਟਿੰਗ ਕਰਕੇ ਤਕਰੀਬਨ 3 ਦਰਜਨ ਦੇ ਕਰੀਬ ਡਿਪਾਰਟਮੈਂਟ ਜਿਹੜੇ ਉਹਨਾਂ ਨੂੰ ਮਰਜਰ ਕਰਨ ਦਾ ਫੈਸਲਾ ਕਰਿਆ। ਔਰ ਸਭ ਤੋਂ ਵੱਡਾ ਦੁੱਖ ਸਾਨੂੰ ਇਸ ਗੱਲ ਦਾ ਕਿ ਪੰਜਾਬੀ ਭਾਸ਼ਾ ਨਾਲ ਸੰਬੰਧਿਤ, ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਜ਼ਿਆਦਾਤਰ ਡਿਪਾਰਟਮੈਂਟਾਂ ਦੀ ਮਰਜਰ ਹੋਈ ਆ। ਇਹ ਮਰਜਰ ਕਰਨ ਨਾਲ ਤਾਂ ਜਿਸ ਉਦੇਸ਼ ਲਈ ਇਹ ਯੂਨੀਵਰਸਿਟੀ ਬਣੀ ਸੀ ਉਹਨੂੰ ਸੱਟ ਵੱਜੇਗੀ। ਜਾਣੀ ਇਹ ਮੈਂਡੇਟ ਦੇ ਖਿਲਾਫ ਆ। ਜਿਸ ਮੈਂਡੇਟ ਤੇ ਇਹ ਯੂਨੀਵਰਸਿਟੀ ਬਣੀ, ਇਹ ਯੂਨੀਵਰਸਿਟੀ ਬਣੀ ਪੰਜਾਬੀ ਭਾਸ਼ਾ ਲਈ, ਪੰਜਾਬੀ ਸੱਭਿਆਚਾਰ ਲਈ, ਪੰਜਾਬੀ ਇਤਿਹਾਸ ਤੇ ਇਹਦੀ ਖੇਤਰੀ ਪਹਿਚਾਣ ਲਈ। ਔਰ ਇਸ ਯੂਨੀਵਰਸਿਟੀ ਨੇ ਇਸ ਫੀਲਡ ਦੇ ਵਿੱਚ ਜਿਹੜੇ ਕੰਮ ਕੀਤੇ ਉਹ ਇਤਿਹਾਸਕ ਨੇ। ਵੈਸੇ ਤਾਂ ਮਾਣ ਵਾਲੀ ਗੱਲ ਹੈ ਕਿ ਦੁਨੀਆ ਦੇ ਵਿੱਚ 2 ਹੀ ਯੂਨੀਵਰਸਿਟੀਆਂ ਨੇ ਜਿਹੜੀਆਂ ਭਾਸ਼ਾ ਦੇ ਆਧਾਰ ਤੇ ਬਣੀਆਂ, ਇੱਕ ਪੰਜਾਬੀ ਦੇ ਭਾਸ਼ਾ ਦੇ ਆਧਾਰ ਤੇ, ਇੱਕ ਹਿਬਰੂ। 2 ਯੂਨੀਵਰਸਿਟੀਆਂ ਨੇ ਤੇ ਇਹਦੇ ਤੇ ਜਿਹੜੇ ਅੱਡ-ਅੱਡ ਵਿਭਾਗ ਸੀ ਨਾ ਪੰਜਾਬੀ ਨਾਲ ਸੰਬੰਧਿਤ, ਖਾਸ ਤੌਰ ਤੇ ਜਿਵੇਂ ਪੰਜਾਬੀ ਸਾਹਿਤ ਅਧਿਐਨ, ਇੱਕ ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਇੱਕ ਪੰਜਾਬੀ ਭਾਸ਼ਾ ਵਿਗਿਆਨ ਤੇ ਕੋਸ਼ਕਾਰੀ ਵਿਭਾਗ, ਪੰਜਾਬੀ ਕੰਪਿਊਟਰੀਕਰਨ ਵਿਭਾਗ, ਪੰਜਾਬੀ ਵਿਕੀਪੀਡੀਆ, ਇਹ ਸਾਰੇ ਇਕੱਠੇ ਕਰਤੇ। ਔਰ ਇਹ ਇਕੱਠੇ ਕਰਨ ਦਾ ਮਕਸਦ ਇਹ ਹੋਏਗਾ ਵੀ ਇਹਦੇ 'ਚ ਜਿਹੜਾ ਰਿਸਰਚ ਵਰਕ ਆ ਉਹ ਖਤਮ ਹੋ ਜਾਏਗਾ। ਯੂਨੀਵਰਸਿਟੀਆਂ ਡਿਗਰੀਆਂ ਦੇਣ ਲਈ ਨਹੀਂ, ਕੇਵਲ ਯੂਨੀਵਰਸਿਟੀਆਂ ਨੇ ਰਿਸਰਚ ਤੇ ਜ਼ਿਆਦਾ ਜ਼ੋਰ ਦੇਣਾ ਹੁੰਦਾ। ਇਹ ਯੂਨੀਵਰਸਿਟੀ ਨੇ ਜ਼ਿਆਦਾ ਰਿਸਰਚ ਤੇ ਆਪਣਾ ਨਾਂ ਕਮਾਇਆ। ਬੜੇ ਫੈਲੋਸ਼ਿਪ ਜਾਰੀ ਹੋਈਆਂ, ਬੜੇ ਪੇਪਰ, ਕਿਤਾਬ, ਪੁਸਤਕਾਂ ਛਪੀਆਂ। ਜਾਣੀ ਇਹ ਜਦੋਂ ਮਰਜਰ ਹੋ ਜਾਏਗਾ ਇਹਨਾਂ ਨਾਲ ਸਾਰਿਆਂ ਤੇ ਸੱਟ ਵੱਜੇਗੀ। ਔਰ ਇੱਕ ਸਾਜ਼ਿਸ਼ ਦੇ ਦਿਨ ਅਸੀਂ ਤਾਂ ਕਹਿ ਸਕਦੇ ਹਾਂ ਕਿ ਪੰਜਾਬੀ ਨੂੰ ਦਰਕਿਨਾਰ ਕੀਤਾ ਜਾ ਰਿਹਾ। ਔਰ ਜਿਸ ਮਕਸਦ ਲਈ ਇਹ ਯੂਨੀਵਰਸਿਟੀ ਬਣੀ ਉਹਨੂੰ ਅਣਗੌਲਿਆ ਕੀਤਾ ਜਾ ਰਿਹਾ। ਕੇਵਲ ਵਿੱਤੀ ਹਾਲਤ ਠੀਕ ਦਾ ਬਹਾਨਾ ਕਰਕੇ ਜਾਣੀ ਮਕਾਨ ਹੀ ਢਾਇਆ ਜਾ ਰਿਹਾ। ਜੇਕਰ ਵੀ ਗੁਰਦੁਆਰਾ ਹੀ ਢਾਤਾ, ਜੇ ਗ੍ਰੰਥੀ ਮਾੜਾ ਤਾਂ ਗੁਰਦੁਆਰਾ ਤਾਂ ਨਹੀਂ ਢਾਇਆ ਜਾ ਸਕਦਾ। ਤੇ ਹੁਣ ਇਹਦੇ 'ਚ ਕੁਛ ਅਸੀਂ ਇਸ ਗੱਲ ਦੇ ਹੱਕ 'ਚ ਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਤੀ ਸਾਧਨ ਜਿਹੜੇ ਨੇ ਉਹਨਾਂ 'ਚ ਸੁਧਾਰ ਕਰਨਾ ਚਾਹੀਦਾ। ਸਿਸਟਮ 'ਚ ਪਾਰਦਰਸ਼ਤਾ ਲਿਆਉਣੀ ਚਾਹੀਦੀ ਆ। ਹੋਰ ਬੜੇ ਤਰੀਕੇ ਨੇ, ਵਿੱਤੀ ਸਾਧਨ ਠੀਕ ਕਰਨੇ ਜ਼ਰੂਰੀ ਨੇ ਅੱਜ ਯੂਨੀਵਰਸਿਟੀ ਦੇ। ਇਹਦੇ ਨਾਲ ਅਸੀਂ ਵਾਈਸ ਚਾਂਸਲਰ ਸਾਹਿਬ ਦੇ ਨਾਲ ਆ। ਪਹਿਲੀ ਗੱਲ ਤਾਂ ਸਰਕਾਰ ਨੂੰ ਮਦਦ ਦੇਣੀ ਚਾਹੀਦੀ ਹੈ। ਮਾਨਯੋਗ ਮੁੱਖ ਮੰਤਰੀ ਸਾਹਿਬ ਪਹਿਲੀ ਫੇਰੀ 'ਚ ਕਹਿ ਕੇ ਗਏ ਨੇ ਵੀ ਮੈਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਊਂਗਾ। ਤੇ ਦਿੱਕਤ ਤਾਂ ਕੀ ਆਉਣੀ ਸੀ, ਉਹ ਤਾਂ ਯੂਨੀਵਰਸਿਟੀ ਉਹ ਕਲੈਪਸ ਕਰਨ ਲੱਗਿਆ। ਇਸ ਲਈ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਆ ਵੀ ਜੇ ਉਹ ਯੂਨੀਵਰਸਿਟੀ ਨੂੰ ਆਂਚ ਨਹੀਂ ਆਉਣ ਦੇਣ ਦਾ ਵਾਅਦਾ ਕਰਕੇ ਆਏ ਪਹਿਲੀ ਫੇਰੀ 'ਚ, ਆਂਚ ਨਾਲ ਤਾਂ ਯੂਨੀਵਰਸਿਟੀ ਹੁਣ ਐਸੀ ਲੱਗ ਰਹੀ ਹੈ ਉਹ ਤਾਂ ਜਲਣੇ ਲੱਗੀ ਹੈ। ਯੂਨੀਵਰਸਿਟੀ ਤਬਾਹੀ ਹੋ ਜਾਏਗੀ। ਯੂਨੀਵਰਸਿਟੀ ਜਿਸ ਮਕਸਦ ਦਾ ਲਈ ਬਣੀ ਸੀ ਉਹ ਤਾਂ ਪਰੇ ਹੋ ਜਾਏਗਾ। ਪਹਿਲਾਂ ਹੀ ਬਹੁਤ ਦਿੱਕਤਾਂ ਜੋ ਲੰਘ ਰਹੀ ਹੈ। ਦੇਖੋ, ਵਿਸ਼ਵ ਪੰਜਾਬੀ ਕਾਨਫਰੰਸ ਹੁੰਦੀ ਸੀ ਅੱਗੇ ਹਮੇਸ਼ਾ, ਹੁਣ ਪਿਛਲੇ ਟਾਈਮ ਤੋਂ ਉਹ ਨਹੀਂ ਹੋ ਰਹੀ। ਕੋਈ ਫੈਲੋਸ਼ਿਪ ਨਹੀਂ, ਸਾਰੇ ਬੰਦ ਕਰਤੀਆਂ। ਪਿਛਲੇ ਦਿਨਾਂ ਦੇ ਵਿੱਚ ਤਾਂ ਕੋਈ ਪਬਲੀਕੇਸ਼ਨ ਵੀ ਨਹੀਂ ਹੋਈ। ਸੋ ਇਸ ਲਈ ਇਹ ਜਿਹੜੇ ਡਿਪਾਰਟਮੈਂਟ ਆ ਇਹਨਾਂ ਨੂੰ ਤਾਂ ਬਲਕਿ ਰੀਬਿਲਡ ਕਰਨ ਦੀ ਲੋੜ ਆ। ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਸਾਧਨਾਂ ਨੂੰ, ਜਿਵੇਂ ਕੰਸਟੀਚੂਐਂਟ ਕਾਲਜ ਨੇ, ਉਹਨਾਂ ਨੂੰ ਰੀਬਿਲਡ ਕੀਤਾ ਜਾ ਸਕਦਾ। ਉਹਨਾਂ ਦੇ ਵਿੱਚ ਨਵੇਂ ਕੋਰਸਿਸ ਖੋਲ੍ਹੇ ਜਾ ਸਕਦੇ ਆ, ਡਿਪਲੋਮਾ ਖੋਲ੍ਹੇ ਜਾ ਸਕਦੇ ਆ ਉਹਦੇ, ਜਿਹਦੇ ਨਾਲ ਮਾਲੀ ਸਾਧਨ ਯੂਨੀਵਰਸਿਟੀ ਦੇ ਠੀਕ ਹੋਣ। ਔਰ ਜਿਵੇਂ ਸੈਂਟਰ ਸਪਾਂਸਰਡ ਸਕੀਮਾਂ ਨੇ ਸੈਂਟਰਲ ਗੌਰਮੈਂਟ ਆਫ ਇੰਡੀਆ ਦੀਆਂ, ਉਹਨਾਂ ਦਾ ਲਾਹਾ ਲੈਣ ਲਈ ਕੋਈ ਨੋਡਲ ਅਫਸਰ ਰੱਖੇ ਜਾ ਸਕਦੇ ਆ। ਬਾਕੀ ਹਿੰਦੁਸਤਾਨ ਦੀਆਂ ਬਾਕੀ ਯੂਨੀਵਰਸਿਟੀਆਂ 'ਚ ਸਪੈਸ਼ਲ ਨੋਡਲ ਅਫਸਰ ਰੱਖੇ ਹੋਏ ਨੇ ਤੇ ਉਹ ਕੀਤੇ ਜਾ ਸਕਦੇ, ਜਾਣੀ ਸੁਧਾਰੀ ਜਾ ਸਕਦੀ ਹੈ ਫਿਨਾਂਸ਼ੀਅਲ ਪੋਜੀਸ਼ਨ ਹੋਰ ਸਾਧਨਾਂ ਰਾਹੀਂ। ਪਰ ਇਹ ਨਹੀਂ ਹੈ ਵੀ ਇਹਦਾ ਪੰਜਾਬੀ ਨਾਲ ਖਿਲਵਾੜ ਕਰਕੇ ਪੰਜਾਬੀ ਦਾ ਜਿਹੜਾ ਮਕਸਦ ਆ ਉਹਨੂੰ ਦੂਰ ਕੀਤਾ ਜਾਵੇ। ਤੇ ਜਿਹੜੇ ਇਹਦੇ ਮਤਲਬ ਮਕਸਦ ਸੀ ਵੀ ਮਾਂ ਬੋਲੀ ਦੇ ਜਿਹੜੇ ਸੋਰਸਿਸ ਨੇ, ਸਾਧਨ ਨੇ, ਉਹ ਲੱਭਣਾ ਤੇ ਉਹਨਾਂ ਨੂੰ ਸੁਰੱਖਿਅਤ ਕਰਨਾ, ਉਹ ਤਾਂ ਫਿਰ ਕੋਈ ਰਹੇਗਾ ਹੀ ਨਹੀਂ। ਮਤਲਬ ਉਹਨਾਂ ਸੋਰਸਿਸ ਨੂੰ ਲੱਭਣ ਵਾਲਾ ਤੇ ਉਹਨਾਂ ਨੂੰ ਸੁਰੱਖਿਅਤ ਰੱਖਣ ਵਾਲਾ ਜਿਹੜਾ ਸਭ ਤੋਂ ਵੱਡਾ ਕੰਮ ਇਸ ਯੂਨੀਵਰਸਿਟੀ ਨੇ ਕੀਤਾ। ਸੋ ਇਹਦੇ ਲਈ ਖੋਜ ਵਿਭਾਗ ਖੋਲ੍ਹੇ ਸੀ। ਖੋਜ ਵਿਭਾਗ ਬੰਦ ਹੋ ਕਰਨੇ ਸਰਾਸਰ ਧੱਕਾ। ਔਰ ਇਸੇ ਤਰ੍ਹਾਂ ਜਿਹੜੀ ਦੂਜਾ ਵਿਭਾਗ ਆ ਹਿਸਟਰੀ ਦਾ,
ਹਿਸਟਰੀ ਦੇ ਵਿੱਚ ਵੀ ਹਿਸਟਰੀ ਡਿਪਾਰਟਮੈਂਟ ਦੇ ਵਿੱਚ ਜਿਹੜਾ ਪੰਜਾਬ ਦਾ ਸੀ ਨਾ, ਪੰਜਾਬ ਹਿਸਟੋਰੀਕਲ ਸਟੱਡੀ ਡਿਪਾਰਟਮੈਂਟ ਡਾਕਟਰ ਗੰਡਾ ਸਿੰਘ ਉਹਨਾਂ ਨੇ ਸ਼ੁਰੂ ਕੀਤਾ ਸੀ। ਉਹਦੇ ਨਾਲ ਉਹ ਜਿਹੜਾ ਕੇਵਲ ਤੇ ਕੇਵਲ ਪੰਜਾਬ ਦੀ ਹਿਸਟਰੀ ਦੇ ਸੋਰਸ ਲੱਭਣੇ, ਉਹਨਾਂ ਤੇ ਵਰਕ ਕਰਨਾ ਤੇ ਉਹਨਾਂ ਦੀ ਸਟੱਡੀ ਕਰਾਉਣਾ, ਉਹਨਾਂ ਤੇ ਰਿਸਰਚ ਕਰਾਉਣਾ, ਉਹ ਇਸ ਵਿਭਾਗ ਦਾ ਸਭ ਤੋਂ ਪਹਿਲਾ ਕੰਮ ਸੀ। ਔਰ ਇਹਨੇ ਬਹੁਤ ਕਈ ਕਿਤਾਬਾਂ ਵੀ ਛਾਪੀਆਂ ਡਿਪਾਰਟਮੈਂਟ ਨੇ, ਬੜੇ ਫੈਲੋਸ਼ਿਪ ਜਾਰੀ ਹੋਏ। ਔਰ ਇਹ ਜਾਨੀ ਰਿਕਾਰਡ ਆ। ਉਹ ਡਿਪਾਰਟਮੈਂਟ ਬੰਦ ਕਰਨ ਨਾਲ ਤਾਂ ਜਾਨੀ ਪੰਜਾਬ ਦੀ ਹਿਸਟਰੀ ਹਿੰਦੁਸਤਾਨ ਦੀ ਹਿਸਟਰੀ ਦੇ ਨਾਲ ਮਰਜਰ ਕਰ ਦੇਣੀ ਆ ਤੇ ਬਹੁਤ ਥੋੜਾ ਸਪੇਸ ਮਿਲੂਗਾ ਪੰਜਾਬ ਨੂੰ। ਹਿੰਦੁਸਤਾਨ ਦੇ ਬਾਕੀ ਵੱਡਾ ਹੋਣ ਕਰਕੇ, ਪੰਜਾਬ ਛੋਟਾ ਹੋਣ ਕਰਕੇ ਪੰਜਾਬ ਦੀ ਹਿਸਟਰੀ ਉਹਨੇ ਵਿੱਚ ਬਹੁਤ ਥੋੜਾ ਥਾਂ ਮਿਲੂਗਾ ਜੇ ਹਿਸਟਰੀ ਡਿਪਾਰਟਮੈਂਟ 'ਚ ਮਰਜਰ ਕਰਤਾ। ਇਹ ਬਲਕਿ ਜਿਹੜੇ ਲੋਕ ਪੰਜਾਬ ਨੂੰ ਪਿਆਰ ਕਰਦੇ ਨੇ, ਪੰਜਾਬੀਅਤ ਨੂੰ ਪਿਆਰ ਕਰਦੇ ਨੇ, ਵਿਦਵਾਨ ਅੱਜ ਤੋਂ ਪਹਿਲੇ ਰਹੇ ਵਾਈਸ ਚਾਂਸਲਰ ਸਾਹਿਬਾਨਾਂ ਨੇ, ਪਹਿਲੀਆਂ ਸਿੰਡੀਕੇਟਸ ਨੇ, ਇਹ ਮਤਲਬ ਪੂਰੀ ਵਿਚਾਰ ਤੇ ਕਰਕੇ ਉਤੋਂ ਦੀਆਂ ਸਰਕਾਰਾਂ ਨੇ ਸਹਿਯੋਗ ਦੇ ਕੇ ਡਾਕਟਰ ਗੰਡਾ ਸਿੰਘ ਹੋਰਾਂ ਰਾਹੀਂ ਇਹ ਡਿਪਾਰਟਮੈਂਟ ਸ਼ੁਰੂ ਕਰਾਇਆ ਸੀ। ਔਰ ਉਹ ਡਿਪਾਰਟਮੈਂਟ ਨੇ ਇੱਕ ਇਤਿਹਾਸਕ ਕੰਮ ਕੀਤੇ ਤੇ ਅੱਜ ਜੇ ਉਹ ਡਿਪਾਰਟਮੈਂਟ ਨੂੰ ਰਲੇਵਾਂ ਕਰਤਾ ਤਾਂ ਉਹ ਤੇ ਬਹੁਤ ਵੱਡੀ ਸੱਟ ਵੱਜਣੀ ਹੈ। ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ 3 ਮੈਂਬਰੀ ਡੈਲੀਗੇਸ਼ਨ ਵੀ ਨੈਕਸਟ ਵੀਕ ਬਾਈ ਚਾਂਸ ਸਾਹਿਬ ਨੂੰ ਮਿਲੇਗਾ ਔਰ ਉਹਨਾਂ ਨੂੰ ਬੇਨਤੀ ਕਰੇਗਾ ਵੀ ਯੂਨੀਵਰਸਿਟੀ ਦੇ ਵਿੱਤੀ ਸਾਧਨ ਇੰਪਰੂਵ ਕਰਨ ਲਈ ਹੋਰ ਸੁਝਾਅ ਲੈ ਕੇ ਉਹਨਾਂ ਤੇ ਅਮਲ ਕੀਤਾ ਜਾਵੇ। ਇਹ ਡਿਪਾਰਟਮੈਂਟਾਂ ਦਾ ਮਰਜਰ ਜਿਹੜਾ ਹੈ ਇਹ ਕਿਸੇ ਤਰ੍ਹਾਂ ਵੀ ਪਰਪਸ ਨਹੀਂ ਹੱਲ ਕਰੇਗਾ, ਬਲਕਿ ਪੰਜਾਬੀ ਪ੍ਰੇਮੀਆਂ ਨੂੰ, ਪੰਜਾਬੀ ਮਾਂ ਨਾਲ ਮੋਹ ਰੱਖਣ ਵਾਲੇ ਲੋਕਾਂ ਨੂੰ ਇਸ ਗੱਲ ਦੀ ਸੱਟ ਵੱਜੇਗੀ ਤੇ ਯੂਨੀਵਰਸਿਟੀ ਦਾ ਜਿਹੜਾ ਮਕਸਦ ਆ ਬਣਾਉਣ ਦਾ ਉਹ ਵੀ ਪੂਰਾ ਨਹੀਂ ਹੋਏਗਾ। ਸੋ ਅੱਜ ਇਸ ਤਰ੍ਹਾਂ ਹੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸਰਕਾਰ ਪੰਜਾਬ ਦੀ ਨੂੰ ਵੀ ਪੰਜਾਬੀ ਯੂਨੀਵਰਸਿਟੀ ਨੂੰ ਸਹਿਯੋਗ ਦੇਣਾ ਚਾਹੀਦਾ ਉਹਦੇ ਵਿੱਤੀ ਸਾਧਨ ਸੁਧਾਰਨ ਲਈ, ਔਰ ਇਹ ਮਰਜਰ ਵਾਲੀ ਗੱਲ ਤੋਂ ਡਿਪਾਰਟਮੈਂਟਾਂ ਦੀ ਤੋਂ ਰੋਕਣਾ ਚਾਹੀਦਾ। ਇੱਕ ਤਾਂ ਮਸਲਾ ਇਹ ਆ। ਦੂਜਾ ਮਸਲਾ ਜਿਹੜਾ ਅੱਜ ਤੇਜ਼ੀ ਨਾਲ ਚੱਲ ਰਿਹਾ ਉਹ ਹੈ ਚੰਡੀਗੜ੍ਹ ਦਾ ਮਸਲਾ, ਜਿਹੜਾ ਹਰਿਆਣਾ ਸਰਕਾਰ ਨੇ ਇਸ ਮਸਲੇ ਨੂੰ ਤੇਜ਼ ਕਰਤਾ ਔਰ ਪੰਜਾਬ ਨੂੰ ਇਹਦੇ ਲਈ ਜਾਗਣਾ ਪਏਗਾ। ਸਾਨੂੰ ਦੁੱਖ ਇਸ ਗੱਲ ਦਾ ਕਿ ਪਿਛਲੇ ਦਿਨਾਂ ਵਿੱਚ ਕੇਂਦਰ ਸਰਕਾਰ ਦੀ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਤਕਰੀਬਨ 1 ਮਹੀਨੇ ਤੋਂ ਜਿਹੜੀ ਦਾਖਲ ਅੰਦਾਜ਼ੀ ਵਧੀ, ਉਹਨੂੰ ਅੱਜ ਦੀ ਸੂਬਾ ਸਰਕਾਰ ਨੇ ਸੰਜੀਦਗੀ ਨਾਲ ਨਹੀਂ ਲਿਆ। ਜੇ ਸੰਜੀਦਗੀ ਨਾਲ ਲਿਆ ਹੁੰਦਾ ਤਾਂ ਪਹਿਲੀ ਪ੍ਰਧਾਨ ਮੰਤਰੀ ਦੀ ਫੇਰੀ ਸਮੇਂ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਮਿਲਣ ਗਏ ਤਾਂ ਉਹਨਾਂ ਨੇ ਨਾ ਤਾਂ BBMP ਦੇ ਸਥਾਈ ਮੈਂਬਰਸ਼ਿਪ ਦਾ ਮਾਮਲਾ ਚੁੱਕਿਆ, ਨਾ SYL ਦਾ ਮੁੱਦਾ ਹਰਿਆਣੇ ਦੇ ਮੁੱਖ ਮੰਤਰੀ ਹੋਰਾਂ ਨੇ ਉਹ ਤੋਂ ਪਹਿਲਾਂ ਛੇੜਤਾ ਸੀ, ਉਹਦੇ ਬਾਰੇ ਕੋਈ ਰਿਐਕਸ਼ਨ ਦਿੱਤਾ, ਰੋਸ ਜ਼ਾਹਰ ਕੀਤਾ ਤੇ ਉਹਦੇ ਨਾਲ ਹੌਸਲਾ ਪੈ ਗਿਆ ਕੇਂਦਰ ਦਾ। ਉਹ ਇੱਕ ਕਦਮ ਹੋਰ ਅੱਗੇ ਵੱਧ ਗਏ। ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਉਹਨਾਂ ਨੇ UT ਆਪਣਾ ਸੈਂਟਰ ਪੈਟਰਨ ਦੇ ਵਿੱਚ ਲਿਆਂਦਾ। ਹੁਣ ਜੇ ਮਤਲਬ ਜਿਵੇਂ ਕਹਿੰਦੇ ਈਦ ਪਿੱਛੋਂ ਚੰਦਾ ਫੂਕਣ ਦਾ ਕੀ ਫਾਇਦਾ ਹੋਇਆ? ਜਿਹੜਾ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਉਹਦਾ ਅਸੀਂ ਸਵਾਗਤ ਵੀ ਕੀਤਾ, ਉਹਦੇ ਪਾਏ ਮਤੇ ਦਾ ਸਪੋਰਟ ਵੀ ਕੀਤੀ ਅਕਾਲੀ ਦਲ ਨੇ, ਪਰ ਅਸੀਂ ਸਮਝਦੇ ਉਹ ਪਰਪਸ ਨਹੀਂ ਹੱਲ ਕਰ ਸਕਿਆ। ਵਿਧਾਨ ਸਭਾ ਸੈਸ਼ਨ ਵਿੱਚ ਵੀ ਜਾਨੀ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਣ ਦੀ ਥਾਂ ਮਿਹਣੋ ਮਿਹਣੀ ਹੋ ਕੇ ਉਹਦੀ ਗੰਭੀਰਤਾ ਜਿਹੜੀ ਸੀ ਉਹ ਗਵਾਈ, ਉਹ ਪਰਪਸ ਹੱਲ ਨਹੀਂ ਕਰ ਸਕਿਆ। ਵੈਸੇ ਵੀ ਨੋਟੀਫਿਕੇਸ਼ਨ ਹੋ ਚੁੱਕਾ ਸੀ, ਕਾਨੂੰਨ ਬਣ ਚੁੱਕਾ ਸੀ, ਉਹ ਤੋਂ ਬਾਅਦ ਸੈਸ਼ਨ ਸੱਦਿਆ ਗਿਆ। ਇਹ ਤੁਰਤ ਰਿਐਕਟ ਕਰਨ ਦੀ ਲੋੜ ਸੀ। ਦੂਜੇ ਦਿਨ ਨਹੀਂ ਕੀਤਾ, ਤੀਜੇ ਦਿਨ ਨਹੀਂ ਕੀਤਾ, ਤੀਜੇ ਦਿਨ ਟਵੀਟ ਕੀਤਾ ਮੁੱਖ ਮੰਤਰੀ ਸਾਹਿਬ ਨੇ। ਟਵੀਟ ਕਰਨ ਦਾ ਮਤਲਬ ਬਿਲਕੁਲ ਹੀ ਗੈਰ ਸੰਜੀਦਗੀ ਦਿਖਾਉਣਾ ਹੋ ਗਿਆ। ਨਾ ਦਿੱਲੀ ਗਏ, ਨਾ ਸਰ ਪਾਰਟੀ ਮੀਟਿੰਗ ਬੁਲਾਉਣ ਲਈ ਅਸੀਂ ਅਪੀਲ ਕੀਤੀ ਸੀ ਕਿ ਸਰ ਪਾਰਟੀ ਮੀਟਿੰਗ ਬੁਲਾ ਕੇ ਪੰਜਾਬੀਆਂ ਦੀ ਇੱਕ ਆਵਾਜ਼ ਕੇਂਦਰ ਦੇ ਸਾਹਮਣੇ ਰੱਖੋ। ਉਹ ਰੱਖਣ ਦੇ ਵਿੱਚ ਕਾਮਯਾਬ ਨਹੀਂ ਹੋਏ, ਬਲਕਿ ਰਾਹ ਦੇਤਾ ਹਰਿਆਣੇ ਨੂੰ।
ਹਰਿਆਣਾ ਸਰਕਾਰ ਨੇ ਜਿਹੜਾ ਅੱਜ ਸੈਸ਼ਨ ਉਹਨਾਂ ਨੇ ਬੁਲਾਇਆ, ਮੈਂ ਸਮਝਦਾ ਕਿ ਕੇਜਰੀਵਾਲ ਸਾਹਿਬ ਦੀਆਂ ਕਮਜ਼ੋਰੀਆਂ ਦਾ ਲਾਹਾ ਲੈਣਾ ਚਾਹੁੰਦੀ ਆ ਬੀਜੇਪੀ। ਕੇਜਰੀਵਾਲ ਸਾਹਿਬ ਦੀਆਂ ਮਜਬੂਰੀਆਂ ਦਾ ਫਾਇਦਾ ਲੈਣਾ ਚਾਹੁੰਦੀ ਆ, ਕਮਜ਼ੋਰੀਆਂ ਦਾ ਫਾਇਦਾ ਲੈਣਾ ਚਾਹੁੰਦੀ ਆ, ਔਰ ਪੰਜਾਬ ਨੂੰ ਹੁਣ ਲਾਵਾਰਸ ਸਮਝ ਰਹੀ ਆ। ਪੰਜਾਬ ਨੂੰ ਬੇਵਾਰਸਾ ਸਮਝ ਕੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਲੱਗੀ ਆ ਸਿੱਧੇ ਤੌਰ ਤੇ, ਕਿਉਂਕਿ ਪੰਜਾਬ ਦੀ ਸਰਕਾਰ ਦਾ ਰਿਮੋਟ ਜਿਹਨਾਂ ਹੱਥਾਂ ਵਿੱਚ ਆ, ਉਸ ਰਿਮੋਟ ਨੂੰ ਕਾਬੂ ਕਰ ਲਿਆ ਬੀਜੇਪੀ ਨੇ, ਉਹਨੂੰ ਕਾਰਨਰ ਕਰ ਲਿਆ, ਉਹਨੂੰ ਘੇਰ ਲਿਆ। ਕਿਉਂਕਿ ਕੇਜਰੀਵਾਲ ਸਾਹਿਬ ਨੂੰ ਹੁਣ ਸਪਸ਼ਟ ਕਰਨਾ ਪਏਗਾ ਕਿ ਉਹ ਪੰਜਾਬ ਨਾਲ ਖੜੇ ਨੇ ਜਾਂ ਦਿੱਲੀ ਨਾਲ ਖੜੇ ਨੇ, ਉਹ ਪੰਜਾਬ ਨਾਲ ਖੜੇ ਨੇ ਜਾਂ ਹਰਿਆਣੇ ਨਾਲ ਖੜੇ ਨੇ। ਕੇਜਰੀਵਾਲ ਸਾਹਿਬ ਜਿਹੜੇ ਪੰਜਾਬ 'ਚ ਕੁਝ ਬੋਲਦੇ ਸੀ, ਹਰਿਆਣੇ 'ਚ ਕੁਝ ਬੋਲਦੇ ਸੀ, ਦਿੱਲੀ ਕੁਝ ਬੋਲਦੇ ਸੀ, ਉਹਨਾਂ ਨੂੰ ਹੁਣ ਸਥਿਤੀ ਸਪਸ਼ਟ ਕਰਨ ਲਈ ਮਜਬੂਰ ਕਰ ਲਿਆ। ਤੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਆਪ ਪਾਰਟੀ ਦੀ, ਉਹਨੂੰ ਹੁਣ ਦੁਬਦਾ ਛੱਡਣੀ ਪਏਗੀ, ਉਹਨੂੰ ਹੁਣ ਦੋਗਲੀ ਪਾਲਿਸੀ ਛੱਡਣੀ ਪਏਗੀ, ਉਹਨੂੰ ਇੱਕ ਪਾਸੇ ਖੜਨਾ ਪਊਗਾ ਵੀ ਪੰਜਾਬ ਨਾਲ ਖੜਦੇ ਨੇ ਜਾਂ ਕੇਜਰੀਵਾਲ ਸਾਹਿਬ ਨਾਲ ਖੜਦੇ ਨੇ। ਕੇਜਰੀਵਾਲ ਸਾਹਿਬ ਦੀਆਂ ਆਪ ਦੀਆਂ ਮਜਬੂਰੀਆਂ ਜਾਂ ਉਹਦੀਆਂ ਆਪ ਦੀਆਂ ਲੋੜਾਂ ਨੇ, ਜੇ ਉਹਨਾਂ ਨੂੰ ਪੂਰਾ ਕਰਨ ਲਈ ਪੰਜਾਬ ਦੀ ਆਪ ਲੀਡਰਸ਼ਿਪ ਖੜੇਗੀ ਤਾਂ ਪੰਜਾਬ ਕਦੇ ਮਾਫ ਨਹੀਂ ਕਰੇਗਾ। ਭਾਵੇਂ ਸੱਤਾ ਸੰਭਾਲਤੀ ਪੰਜਾਬ ਦੇ ਲੋਕਾਂ ਨੇ, ਪਰ ਪੰਜਾਬ ਨਹੀਂ ਸੰਭਾਲਿਆ ਵੀ ਪੰਜਾਬ ਨੂੰ ਕੋਈ ਤਬਾਹ ਕਰਨ ਲਈ ਚਾਬੀ ਫੜਾਈ ਆ। ਪੰਜਾਬ ਨੂੰ ਸੁਧਾਰਨ ਲਈ ਵਿਸ਼ਵਾਸ ਕਰਕੇ ਚਾਬੀ ਫੜਾਈ ਆ। ਪਰ ਜੇ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਅਧੀਨਗੀ ਤਹਿਤ ਝੇਪ ਦੇ ਵਿੱਚ ਆ ਕੇ ਕੇਜਰੀਵਾਲ ਦੀ ਜੇ ਪੰਜਾਬ ਦੇ ਹੱਕਾਂ ਦੀ ਗੱਲ ਨਾ ਕੀਤੀ ਤਾਂ ਬਹੁਤ ਵੱਡਾ ਨੁਕਸਾਨ ਇਤਿਹਾਸ ਨਹੀਂ ਮਾਫ ਕਰੇਗਾ ਆਪ ਪਾਰਟੀ ਦੀ ਲੀਡਰਸ਼ਿਪ ਨੂੰ। ਅਸੀਂ ਉਹਨਾਂ ਨੂੰ ਹੁਣ ਵੀ ਅਪੀਲ ਕਰਦੇ ਹਾਂ ਕਿ ਪਿਛਲੇ ਵਿਧਾਨ ਸਭਾ ਸੈਸ਼ਨ ਦੇ ਨਤੀਜੇ ਸ਼ਾਇਦ ਕੁਝ ਨਹੀਂ ਨਿਕਲਣੇ, ਭਾਵੇਂ ਅਸੀਂ ਸਪੋਰਟ ਕੀਤੀ ਆ, ਪਰ ਜੇ ਉਹ ਸੰਜੀਦਾ ਨੇ, ਜੇ ਅਸਲੀ ਮਾਇਨਿਆਂ ਵਿੱਚ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਲਈ ਚਾਹਵਾਨ ਨੇ, ਤਾਂ ਅੱਜ ਵੀ ਅਸੀਂ ਅਪੀਲ ਕਰਦੇ ਹਾਂ ਉਹਨਾਂ ਨੂੰ ਸਰਬ ਪਾਰਟੀ ਮੀਟਿੰਗ ਸੱਦ ਕੇ ਇੱਕ ਜਨਤਕ ਵਿਦਰੋਹ, ਜਨਤਕ ਵਿਰੋਧ ਕਰਨ ਲਈ ਦਿੱਲੀ ਨੂੰ ਅੱਖਾਂ ਦਿਖਾਉਣੀਆਂ ਪੈਣੀਆਂ। ਇਹ ਪੋਚਾ ਪੋਚੀ ਨਾਲ ਭਾਰਤੀ ਜਨਤਾ ਪਾਰਟੀ ਦਾ, ਕੇਂਦਰ ਦੀ ਸਰਕਾਰ ਦਾ ਪੰਜਾਬ ਵੱਲ ਕੀਤਾ ਧਾਵਾ ਰੋਕਣਾ ਮੁਸ਼ਕਿਲ ਹੋਏਗਾ ਪੋਚਾ ਪੋਚੀ ਨਾਲ। ਇਹਦੇ ਲਈ ਸੰਜੀਦਗੀ ਤੇ ਗੰਭੀਰਤਾ ਦਿਖਾਉਣੀ ਪਏਗੀ, ਔਰ ਉਹ ਤਾਂ ਹੀ ਹੋਏਗੀ ਜੇ ਉਹ ਸਰਬ ਪਾਰਟੀ ਮੀਟਿੰਗ ਬੁਲਾ ਕੇ ਬਾਕੀ ਗੱਲਾਂ ਭੁਲਾ ਕੇ ਕੇਵਲ ਤੇ ਕੇਵਲ ਇਹ ਪੰਜਾਬ ਵਿਰੋਧੀ ਫੈਸਲਿਆਂ ਦੇ ਵਿਰੋਧ ਦੇ ਵਿੱਚ ਖੜੇ ਹੋਣ ਲਈ ਇੱਕ ਜੁੜਤਾ, ਇੱਕ ਸੁਰਤਾ ਦਿਖਾਉਣਗੇ। ਤੀਜੀ ਗੱਲ, ਵੈਟ ਜਿਹੜਾ ਹੈ, ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ, ਵੈਟ ਤਾਂ ਘੱਟੋ ਘੱਟ 50% ਕਟੌਤੀ ਕਰੇ ਪੰਜਾਬ ਸਰਕਾਰ, ਤਾਂ ਕਿ ਕੇਂਦਰ ਨੂੰ ਵੀ ਐਕਸਾਈਜ਼ ਡਿਊਟੀ ਘਟਾਉਣ ਲਈ ਦਬਾਅ ਪਾਇਆ ਜਾ ਸਕੇ। ਆਮ ਚੀਜ਼ਾਂ ਮਹਿੰਗੀਆਂ ਹੋ ਗਈਆਂ, ਹਾਹਾਕਾਰ ਮਚੀ ਪਈ ਆ, ਤੇ ਵੈਟ ਪਿਛਲੇ 13 ਮਹੀਨਿਆਂ ਮੇਰਾ ਖਿਆਲ 13 ਦਿਨਾਂ 'ਚ 8-9 ਰੁਪਏ ਪਰ ਲੀਟਰ ਤੇਲ ਵੱਧ ਗਿਆ। ਉਸੇ ਰੇਸ਼ੋ ਨਾਲ ਵੈਟ ਵੱਧ ਗਿਆ। ਲੋਕਾਂ ਦੀਆਂ ਜੇਬਾਂ ਖਾਲੀ ਹੋਈ ਜਾ ਰਹੀਆਂ, ਪੰਜਾਬ ਸਰਕਾਰ ਦਾ ਖਜ਼ਾਨਾ ਭਰੀ ਜਾ ਰਿਹਾ ਉਸ ਰੇਸ਼ੋ ਨਾਲ। ਤੇ ਕੁਛ ਤਾਂ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਤੇ ਤਰਸ ਕਰੇ ਪੰਜਾਬ ਸਰਕਾਰ, ਵੈਟ ਤੇ 50% ਕਟੌਤੀ ਕਰੇ, ਕਿਉਂਕਿ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਮਾਰਕੀਟ ਨਾਲ ਜੁੜੀਆਂ ਹੋਈਆਂ ਨੇ, ਉਹਨਾਂ 'ਤੇ ਤਾਂ ਰੋਕਿਆ ਜਾਣਾ ਮੁਸ਼ਕਿਲ ਆ। ਪਰ ਜਿਹੜਾ ਇਹਨਾਂ ਦੇ ਵਾਸ ਆ ਉਹ ਤਾਂ ਘੱਟੋ ਘੱਟ ਕਰਨ, ਇਹ ਵੀ ਚਾਹੀਦਾ। ਥੈਂਕ ਯੂ ਜੀ, ਇਹੀ ਆ। ਹੋਰ ਕੋਈ ਸਵਾਲ? ਹਾਂ, ਤਿੰਨ ਮੈਂਬਰੀ ਕਮੇਟੀ ਨੇ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਤੁਸੀਂ ਕਿਹਾ, ਉਹ ਤਾਂ ਜੇ ਪਾਰਟੀ ਪ੍ਰਧਾਨ ਨਾਲ ਰਾਏ ਕਰਕੇ ਅਸੀਂ ਚਲੇ ਜਾਵਾਂਗੇ ਜੀ, ਟਾਈਮ ਲੈ ਲਈਏ ਪਹਿਲਾਂ। ਤੁਸੀਂ ਲਾਸਟ ਟਾਈਮ ਕਿਹਾ ਸੀ ਚੰਡੀਗੜ੍ਹ ਦੇ ਮੁੱਦੇ ਤੇ ਰਾਸ਼ਟਰਪਤੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਵਕਤ ਮਿਲੇਗਾ, ਜਲਦੀ ਟਾਈਮ ਲੈ ਕੇ। ਨਹੀਂ, ਅਸੀਂ ਲੈਣ ਦਾ ਮਨ ਬਣਾਇਆ ਸੀ, ਕਿਹਾ ਸੀ, ਪਰ ਕਿਉਂਕਿ ਪੰਜਾਬ ਸਰਕਾਰ ਨੇ ਅਸੈਂਬਲੀ ਦਾ ਸੈਸ਼ਨ ਬੁਲਾ ਲਿਆ ਸੀ,
ਕਿਉਂਕਿ ਮੈਂ ਪਹਿਲਾਂ ਵੀ ਉਸ ਦਿਨ ਕਿਹਾ ਸੀ ਵੀ ਪਹਿਲ ਪੰਜਾਬ ਸਰਕਾਰ ਨੂੰ ਆ, ਪ੍ਰੈਰੋਗੇਟਿਵ ਪੰਜਾਬ ਸਰਕਾਰ ਦਾ, ਫਰਜ਼ ਵੀ ਪੰਜਾਬ ਸਰਕਾਰ ਦਾ, ਗੌਰਮੈਂਟ ਟੂ ਗੌਰਮੈਂਟ ਹੀ ਕਾਨੂੰਨੀ ਤੌਰ ਤੇ ਪੱਖ ਰੱਖ ਸਕਦੀ ਆ, ਅਸੀਂ ਇਹ ਸਮਝਦੇ ਆ, ਤੇ ਅਸੀਂ ਉਹਨਾਂ ਨੂੰ ਮੌਕਾ ਦੇਣਾ ਔਰ ਦਿੱਤਾ। ਤੇ ਉਹਨਾਂ ਨੇ ਮਿਲਣ ਦੀ ਥਾਂ ਰਾਸ਼ਟਰਪਤੀ ਨੂੰ ਜਾਂ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਥਾਂ ਵਿਧਾਨ ਸਭਾ ਦਾ ਸੈਸ਼ਨ ਬੁਲਾ ਲਿਆ। ਚਲੋ ਜੋ ਵੀ ਕੁਝ ਕੀਤਾ ਸਾਨੂੰ ਉਹਦੇ ਇਤਰਾਜ਼ ਨਹੀਂ ਸੀ, ਪਰ ਉਹ ਕਰ ਲਿਆ। ਪਰ ਮਾਈਕ ਤਾਂ ਹੋਣਾ ਉਹਨਾਂ ਨੇ ਵਿਧਾਨ ਸਭਾ ਦਾ ਸੈਸ਼ਨ ਬੁਲਾ ਲਿਆ। ਉਹ ਨਤੀਜਾ ਤਾਂ ਉਹਦੇ 'ਚ ਮੈਨੂੰ ਨਹੀਂ ਆਸ ਕੋਈ ਖਾਸ ਨਿਕਲੇ, ਬਲਕਿ ਅੱਗੇ ਵਿਰੋਧੀਆਂ ਨੂੰ ਮੌਕਾ ਦਿੱਤਾ ਜੋ ਅੱਜ ਹੋ ਰਿਹਾ। ਪਰ ਅਸੀਂ ਉਸ ਪਾਸੇ ਨਹੀਂ ਜਾਣਾ ਚਾਹੁੰਦੇ। ਅਸੀਂ ਇਹ ਫੇਰ ਹੀ ਦੁਹਰਾਉਣਾ ਚਾਹੁੰਦੇ ਹਾਂ ਵੀ ਗੱਲ ਇੱਥੇ ਨਿਕਲਣੀ ਆ, ਜੇ ਉਹ ਪਹਿਲ ਕਦਮੀ ਕਰੇ ਪੰਜਾਬ ਸਰਕਾਰ ਸਰਬ ਪਾਰਟੀ ਮੀਟਿੰਗ ਬੁਲਾ ਕੇ ਕੇਸ ਇੱਕ ਸੁਰਤਾ ਨਾਲ ਰੱਖੇ। ਜੇ ਉਹਨਾਂ ਨੇ ਨਾ ਕੀਤੀ ਫਿਰ ਅਕਾਲੀ ਦਲ ਮਤਲਬ ਨਹੀਂ ਜਾਏਗਾ। ਬੀਜੇਪੀ ਕਹਿ ਰਹੀ ਹੈ ਕਿ ਜਿਹੜੇ ਅਪਲਾਈ ਨੇ ਉਹ ਖੁਸ਼ ਨੇ, ਪਰ ਪਾਰਟੀਆਂ ਨਵੀਂ ਵਿਰੋਧ ਕਰ ਰਹੀਆਂ। ਪੰਜਾਬ ਦਾ ਸੈਸ਼ਨ ਬੁਲਾ ਰਿਹਾ, ਹੁਣ ਹਰਿਆਣਾ ਬੁਲਾ ਰਿਹਾ। ਇਹ ਗੱਲ ਉਸ ਦਿਨ ਵੀ ਚੱਲੀ ਸੀ। ਮੁਲਾਜ਼ਮਾਂ ਦਾ ਮਸਲਾ ਨਹੀਂ, ਮਸਲਾ ਅਸੂਲ ਦਾ ਮਸਲਾ ਹੈ, ਇਮੋਸ਼ਨਲ। ਚੰਡੀਗੜ੍ਹ ਸਾਡਾ ਆਪਣਾ, ਜਿਸ ਫਾਰਮੂਲੇ ਦੇ ਤਹਿਤ ਪੰਜਾਬ ਰੀਆਰਗਨਾਈਜੇਸ਼ਨ ਐਕਟ ਜਿਹੜਾ ਬਣਿਆ, ਜਿਸ ਫਾਰਮੂਲੇ ਦੇ ਤੌਰ ਤੇ ਦੇ ਤਹਿਤ ਡਿਵੀਜ਼ਨ ਹੋਈ, ਉਸ ਫਾਰਮੂਲੇ ਦੇ ਤਹਿਤ ਚੰਡੀਗੜ੍ਹ ਪੰਜਾਬ ਦਾ ਬਣਦਾ। ਉਹ ਤੋਂ ਬਾਅਦ ਜਿੰਨੇ ਵੀ ਵੈਸੇ ਜਿਵੇਂ ਰਾਜੀਵ ਲੌਂਗੋਵਾਲ ਕਾਂਡ ਹੋਇਆ, ਉਹਦੇ ਚੰਡੀਗੜ੍ਹ ਪੰਜਾਬ ਦਾ ਹਿੱਸਾ ਮੰਨਿਆ। ਉਸ ਫੈਸਲੇ ਦੇ ਤਹਿਤ ਰਾਦੀ ਕਮਿਸ਼ਨ ਬਣਿਆ। ਉਹਨੇ ਨਾਲ ਇੱਕ ਸ਼ਰਤ ਜ਼ਰੂਰ ਲਾਈ ਸੀ ਵੀ ਕੁਝ ਪਿੰਡ ਹਰਿਆਣੇ ਨੂੰ ਦਿੱਤੇ ਜਾਣ, ਪਰ ਨਾਲ ਸ਼ਰਤ ਇਹ ਲਾਤੀ ਵੀ ਉਹ ਜੁੜਵੇਂ ਹੋਣੇ ਚਾਹੀਦੇ ਆ। ਜਦੋਂ ਦੇਖਿਆ ਗਿਆ, ਕਮਿਸ਼ਨ ਨੇ ਜਾਂਚ ਕੀਤੀ, ਜੁੜਮਾ ਇੱਕ ਵੀ ਪਿੰਡ ਨੇ ਲੱਭਿਆ। ਉਹਨੇ ਕਹਿਤਾ, ਫਿਰ ਕਹਿੰਦੇ ਜੀ ਪਿੰਡ ਜੁੜਮਾ ਹੋਵੇ ਨਾ ਹੋਵੇ, ਇੰਨਾ ਏਰੀਆ ਚਾਹੀਦਾ, ਮਤਲਬ ਹਿੰਦੀ ਸਪੀਕਿੰਗ ਏਰੀਆ ਦੇ ਦਿਓ। ਉਹ ਹਿੰਦੀ ਸਪੀਕਿੰਗ ਏਰੀਆ ਵੀ ਨਹੀਂ ਲੱਭ ਸਕੇ। ਉਹ ਕੰਮ ਠੱਪ ਹੋ ਗਿਆ ਸੀ। ਸਗੋਂ ਬਲਕਿ ਹਰਿਆਣੇ ਦੇ ਮੁੱਖ ਮੰਤਰੀ ਵੱਲੋਂ ਹੁਣ 400 ਪਿੰਡਾਂ ਦਾ ਹੋਰ ਬੋਝ ਰੱਖਤਾ। ਮਤਲਬ ਇਹ ਜਿਹੜਾ ਇਹ ਮੁਲਾਜ਼ਮਾਂ ਦਾ ਮਸਲਾ ਨਹੀਂ ਹੈ। ਇਹੀ ਤਾਂ ਹੈਰਾਨੀ ਵਾਲੀ ਗੱਲ ਆ। ਤੁਹਾਡੇ ਵਰਗੇ ਸਿਆਣੇ ਸੂਝਵਾਨ ਸੱਜਣਾਂ ਨੂੰ ਵੀ ਮੈਂ ਅਪੀਲ ਕਰੂੰਗਾ ਵੀ ਆਪਾਂ ਘੱਟੋ ਘੱਟ ਇਹ ਮੁਲਾਜ਼ਮਾਂ ਦੀ ਲੜਾਈ ਥੋੜ੍ਹਾ ਆ। ਮੁਲਾਜ਼ਮ ਤਾਂ ਮੁਲਾਜ਼ਮ ਆ, ਗੱਲ ਤਾਂ ਅਸੂਲ ਦੀ ਆ। ਹੁਣ ਕਿਸੇ ਆਪਾਂ ਉਹਨਾਂ ਨੂੰ ਮਾਰ ਕੇ ਥੋੜ੍ਹਾ ਬਣਾਤਾ। 66 ਤੋਂ ਲੈ ਕੇ 86 ਤੱਕ ਚੰਡੀਗੜ੍ਹ ਦੇ ਵਿੱਚ ਕੇਂਦਰ ਦਾ ਪੇਸ ਰਹੇਗਾ ਜਿਹੜਾ ਸਰਵਿਸ ਰੂਲ ਹੈ, ਔਰ 86 ਤੋਂ ਲੈ ਕੇ 92 ਤੱਕ ਲਗਭਗ ਜਿਹੜਾ ਕੇਂਦਰ ਦਾ ਪੇ ਸਕੇਲ ਉਹ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਮਿਲਦਾ ਰਿਹਾ। ਤਾਂ ਕਹਿੰਦੇ ਹੁਣ ਕਿਉਂ ਇਤਰਾਜ਼ ਕੀਤਾ ਜਾ ਰਿਹਾ? ਤੇ ਗੱਲ ਇਹ ਆ, ਪਹਿਲਾਂ ਜਦੋਂ ਇਹ ਨੋਟੀਫਿਕੇਸ਼ਨ ਹੋਇਆ 92 ਚ, ਉਦੋਂ ਇਹ ਸਾਰੇ ਮਸਲੇ ਹੱਲ ਹੋ ਗਏ ਸੀ ਵੀ ਕਿਸ ਤਰ੍ਹਾਂ ਮੁਲਾਜ਼ਮ ਰੱਖਣੇ ਆ, ਕਿਵੇਂ ਇੱਥੇ ਸਿਸਟਮ ਚੱਲਣਾ। ਉਹਨੂੰ ਬਾਰ-ਬਾਰ ਕਿਉਂ ਤੋੜਿਆ ਜਾ ਰਿਹਾ, ਕਿਉਂ ਛੇੜਿਆ ਜਾ ਰਿਹਾ? ਅਚਾਨਕ ਹੁਣ ਤੋੜਨ ਦੀ ਕੀ ਲੋੜ ਪਈ ਸੀ? ਔਰ ਇੱਕ ਤਾਂ ਤੁਹਾਨੂੰ ਮੰਨਣਾ ਪਏਗਾ ਨਾ, ਇਹ ਜਿਹੜੀ ਅਸਲੀਅਤ ਆਪਾਂ ਉਹਨੂੰ ਕਿਉਂ ਇਗਨੋਰ ਕਰਦੇ ਆ? ਅਸਲੀਅਤ ਇਹ ਆ ਵੀ ਚੰਡੀਗੜ੍ਹ ਵਕਤੀ ਤੌਰ ਤੇ ਯੂਟੀ ਬਣਾਇਆ ਗਿਆ। ਹੁਣ ਯੂਟੀ ਕੇਡਰ ਬਣਾਉਣ ਦਾ ਕਿਹਨੇ ਅਧਿਕਾਰ ਦਿੱਤਾ ਉਹਨਾਂ ਨੂੰ? ਜਿਹੜਾ ਤੁਸੀਂ ਗੱਲ ਕਰਦੇ ਹੋ, ਇਹ ਅਧਿਕਾਰ ਕਿਹਨੇ ਦਿੱਤਾ? ਕਿਸੇ ਨੇ ਨਹੀਂ। ਜਾਤੀ ਕਰੀ ਆ, ਧੱਕਾ ਕੀਤਾ। ਮਤਲਬ ਹਰ ਗੱਲ ਦਾਦਾਗਿਰੀ ਨਾ ਕਰ ਰਹੇ ਨਾ, ਰੂਲ ਤਾਂ ਨਹੀਂ ਕੋਈ। ਤੁਸੀਂ ਕਿਹਾ ਸੀ ਆਲ ਪਾਰਟੀ ਮੀਟਿੰਗ ਬੁਲਾਈ ਜਾਵੇ, ਪ੍ਰੈਸ ਕਾਨਫਰੰਸ ਕਿਹਾ ਸੀ। ਇਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਦੀ ਸਟੇਟਮੈਂਟ ਆਉਂਦੀ ਹੈ 400 ਪਿੰਡ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਿੰਦੀ ਬੋਲਦੇ ਪਿੰਡ ਜਿਹੜੇ ਸਾਡੇ 400 ਉਹ ਦੇਵੇ ਪੰਜਾਬ, SYL ਦਾ ਮੁੱਦਾ ਹੱਲ ਹੋਵੇ ਤੇ ਇਹਦੇ ਨਾਲ ਹੀ ਜਿਹੜਾ ਚੰਡੀਗੜ੍ਹ ਦਾ ਮੁੱਦਾ। ਅਗਲੀ ਗੱਲ ਕਹਿੰਦੇ ਫੇਰ ਕਰਾਂਗੇ। ਫਿਰ ਤੁਹਾਨੂੰ ਤੁਹਾਡੀ ਨਜ਼ਰ ਤੇ ਕਿਹਦੇ ਨਾਲ ਕੰਮ ਹੀ ਲੱਗਦੀ ਹੈ ਕਿ ਏਡੀ ਸਟੇਟਮੈਂਟ ਦੇ ਆਉਣ ਦੇ ਬਾਵਜੂਦ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੀ ਚੁੱਪ ਆ, ਖਾਸ ਤੌਰ ਤੇ ਅਕਾਲੀ ਦਲ ਵੀ ਚੁੱਪ ਆ ਜਿਹੜਾ ਪੰਜਾਬ ਦੇ ਲਈ, ਪੰਜਾਬੀਅਤ ਦੇ ਲਈ ਮੋਰਚੇ ਲਾਉਂਦਾ ਰਿਹਾ। ਨਹੀਂ, ਮੈਂ ਤਾਂ ਬੜਾ ਸਪਸ਼ਟ ਹਾਂ ਅਕਾਲੀ ਦਲ ਇਸ ਗੱਲੋਂ ਕਿ ਹਰਿਆਣੇ ਦੇ ਮੁੱਖ ਮੰਤਰੀ ਨੂੰ ਹੌਸਲਾ ਹੀ ਤਾਂ ਪਿਆ ਚੰਡੀਗੜ੍ਹ ਹੁਣ ਆਪਣਾ ਸੈਸ਼ਨ ਬੁਲਾਉਣ ਦਾ। ਹਰਿਆਣੇ ਦੇ ਮੁੱਖ ਮੰਤਰੀ ਖੱਟੜ ਸਾਹਿਬ ਨੂੰ ਹੌਸਲਾ ਇਸ ਕਰਕੇ ਪਿਆ ਵੀ ਉਹ ਹੁਣ ਚੰਡੀਗੜ੍ਹ ਦੇ ਨਾਲ ਉਹਨੇ ਗੱਡੇ ਨਾਲ ਕੱਟਾ ਹੋਰ ਬੰਨ੍ਹਤਾ 400 ਪਿੰਡਾਂ ਦਾ। ਫਿਰ ਕੱਲ ਨੂੰ ਹੁਣ SYL ਦਾ ਵੀ ਰੱਖਣਗੇ। ਉਹ ਤਾਂ ਵੱਧ ਰਹੇ ਆ। ਹਾਂ, ਮੈਂ ਉਹੀ ਕਹਿਣਾ, ਉਹਨਾਂ ਦਾ ਹੌਸਲਾ ਕਿਉਂ ਪਿਆ? ਕਿਉਂਕਿ ਵਿਧਾਨ ਸਭਾ ਦੇ ਵਿੱਚ ਮੈਂ ਤੁਹਾਨੂੰ ਸ਼ੁਰੂਆਤ ਕੀਤੀ ਆ, ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੁਣ ਬਣਾਇਆ, ਇਹ ਸੈਸ਼ਨ ਦੇ ਵਿੱਚ ਜਿਸ ਤਰ੍ਹਾਂ ਦੀ ਸੰਜੀਦਗੀ ਦਿਖਾਉਣੀ ਚਾਹੀਦੀ ਸੀ, ਜਿਸ ਤਰ੍ਹਾਂ ਦਾ ਗੰਭੀਰ ਮੁੱਦਾ ਸੀ, ਉਹ ਸੰਜੀਦਗੀ ਦਿਖਾਈ ਨਹੀਂ ਗਈ। ਸੱਚੀ ਗੱਲ ਤੁਹਾਨੂੰ ਦੱਸਦਾ, ਭਾਵੇਂ ਅਸੀਂ ਮਤੇ ਦਾ ਸਪੋਰਟ ਕੀਤੀ ਆ, ਅਸੀਂ ਮਤੇ ਦੇ ਹੱਕ 'ਚ ਸੀ, ਪਰ ਸੈਸ਼ਨ ਜਿਹੜਾ ਸੀ ਉਹ ਪਰਪਸ ਹੱਲ ਨਹੀਂ ਕਰ ਸਕਿਆ।
ਕਿਉਂਕਿ ਕੇਂਦਰ ਦੀਆਂ ਨੀਤੀਆਂ ਤੇ ਕੇਂਦਰ ਦੀ ਦਖਲਅੰਦਾਜ਼ੀ ਦੇ ਵਿਰੁੱਧ ਨਾ ਤਾਂ ਰੋਸ ਦਿਖਾਇਆ ਗਿਆ, ਨਾ ਗੰਭੀਰਤਾ ਦਿਖਾਈ ਗਈ, ਬਲਕਿ ਮਿਹਣੋ ਮਿਹਣੀ ਹੋ ਕੇ ਆਪਣੀ ਫੁੱਟ ਦਾ ਇਜ਼ਹਾਰ ਕੀਤਾ। ਉੱਥੇ ਇਹ ਜਿਹੜਾ ਸੈਸ਼ਨ ਬੁਲਾਉਣ ਦਾ ਮਕਸਦ ਸੀ, ਇੱਕ ਜੁੜਤਾ, ਇੱਕ ਮੁੜਤਾ, ਇੱਕ ਸੁਰਤਾ, ਉਹ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਕੇਵਲ ਮਤੇ ਤੋਂ ਬਿਨਾ ਬਾਕੀ ਗੱਲਾਂ ਵਿੱਚ ਨਜ਼ਰ ਨਹੀਂ ਆਈ। ਚੰਦੂਮਾਜਰਾ ਸਾਹਿਬ, ਵਿਰੋਧੀ ਲਗਾਤਾਰ ਕਹਿੰਦੇ ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਸੀ, ਕੇਂਦਰ ਦੇ ਵਿੱਚ ਭਾਈਵਾਲੀ ਸੀ, ਉਦੋਂ ਅਕਾਲੀ ਦਲ ਦਾ ਕੀ ਸਟੈਂਡ ਰਿਹਾ ਚੰਡੀਗੜ੍ਹ ਵਾਸਤੇ, ਕਿ ਉਹਨਾਂ ਦਬਾ ਸਕੇ ਚੰਡੀਗੜ੍ਹ ਵਾਸਤੇ? ਇਸ ਤਰੀਕੇ ਨਾਲ ਤੁਸੀਂ ਹੁਣ ਕਹਿੰਦੇ ਕਿ ਚੰਡੀਗੜ੍ਹ ਇਹ ਭੁਲੇਖਾ ਤੁਹਾਨੂੰ ਹਮੇਸ਼ਾ ਹੀ ਰਿਹਾ। ਸ਼੍ਰੋਮਣੀ ਅਕਾਲੀ ਦਲ ਨੇ ਕਦੇ ਚੰਡੀਗੜ੍ਹ ਦਾ ਮੁੱਦਾ ਨਹੀਂ ਛੱਡਿਆ। ਮੈਂ ਸਵੇਰੇ ਵੀ ਕਿਸੇ ਗੱਲ ਹੋ ਰਹੀ ਸੀ ਵੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇਹਦੇ ਲਈ ਲੜਦਾ ਰਿਹਾ, ਪਰ ਇਹ ਕਾਨੂੰਨ ਦੀਆਂ ਉਲਝਣਾਂ, ਕਮਿਸ਼ਨਾਂ ਦੀਆਂ ਉਲਝਣਾਂ, ਇਹ ਜਿਹੜੀਆਂ ਉਲਝਣਾਂ ਦੇ ਵਿੱਚ ਉਲਝਿਆ ਰਿਹਾ ਇਹ ਮਸਲਾ, ਪਰ ਅਕਾਲੀ ਦਲ ਨੇ ਕਦੇ ਛੱਡਿਆ ਨਹੀਂ ਹੈ। ਪਰ ਚੰਦੂਮਾਜਰਾ ਸਾਹਿਬ, ਗਰਾਊਂਡ ਤੇ ਤਾਂ ਕੁਝ ਨਹੀਂ ਦਿਖਿਆ। ਪੰਜਾਬੀ ਭਾਸ਼ਾ ਨੂੰ ਵੀ ਦਰਜਾ ਨਹੀਂ ਦਬਾ ਪਾਏ ਉਦੋਂ ਉੱਤੇ ਐਨਡੀਏ ਸਰਕਾਰ ਸੀ। ਦੇਖੋ ਗੱਲ ਇਹ ਆ, ਜਦੋਂ ਅਸੀਂ ਲੜਾਈ ਲੜਦੇ ਆ ਉਦੋਂ ਜਿੱਤਣ ਲਈ ਲੜਦੇ ਆ। ਕਈ ਵਾਰੀ ਉਹਦੇ ਰਿਜ਼ਲਟ ਨਿਕਲਦੇ ਆ ਠੀਕ, ਕਈ ਵਾਰੀ ਨਹੀਂ ਰਹਿੰਦੇ। ਉਹਦਾ ਮਤਲਬ ਇਹ ਥੋੜ੍ਹਾ ਵੀ ਅਸੀਂ ਲੜਾਈ ਗਲਤ ਲੜੀ ਆ। ਅਸੀਂ ਸਰਕਾਰਾਂ ਚ ਹੁੰਦੇ ਜੀ ਉਦੋਂ ਗੱਲਾਂ ਹੋਰ ਹੁੰਦੀਆਂ, ਸਰਕਾਰਾਂ ਤੋਂ ਬਾਅਦ ਵਿਰੋਧੀ ਧਿਰਾਂ 'ਚ ਗੱਲਾਂ ਹੋਰ ਹੁੰਦੀਆਂ। ਇਹ ਚੀਜ਼ ਦਾ ਫਰਕ ਨਜ਼ਰ ਆਉਂਦਾ ਕਿ ਨਹੀਂ? ਨਹੀਂ, ਦੋ ਤਰੀਕੇ ਵੱਖਰੇ ਵੱਖਰੇ ਹੁੰਦੇ ਆ। ਜਦੋਂ ਤੁਸੀਂ ਸਰਕਾਰ 'ਚ ਹੁੰਦੇ ਹੋ ਉਦੋਂ ਤੁਸੀਂ ਕਰਮ ਦੀ ਲੜਾਈ ਲੜਦੇ ਹੋ, ਔਰ ਅਸੀਂ ਭਾਈਵਾਲ ਵੀ ਰਹੇ ਸੈਂਟਰ ਦੇ ਵਿੱਚ, ਉਦੋਂ ਅਸੀਂ ਆਪਣਾ ਅਸਰ ਵਰਤ ਕੇ ਆਪਣੀ ਕੋਸ਼ਿਸ਼ ਵੀ ਕੀਤੀ। ਜਦੋਂ ਕੋਸ਼ਿਸ਼ ਕਰਦੇ ਆ ਕਈ ਵਾਰੀ ਸਫਲ ਹੁੰਦੇ ਆ, ਕਈ ਵਾਰੀ ਨਹੀਂ ਵੀ ਹੁੰਦੇ। ਹਾਲੇ ਤੱਕ ਮਸਲਾ ਇਹ ਹੁਣ ਜੇ ਦਿੱਲੀ ਬੇਈਮਾਨ ਆ, ਕੇਂਦਰ ਸਰਕਾਰ ਬੇਈਮਾਨ ਆ, ਜਾਂ ਉਹਦੀਆਂ ਚਲਾਕੀਆਂ, ਹੁਸ਼ਿਆਰੀਆਂ ਤੇ ਕਾਨੂੰਨ ਦੇ ਸਹਾਰੇ ਲੈ ਕੇ ਮਤਲਬ ਕੋਈ ਵਕਤ ਲੰਘਾ ਦਿੰਦੀ ਆ, ਸਾਨੂੰ ਅਫਸੋਸ ਆ ਕਈ ਵਾਰੀ ਵੀ ਸਾਡੇ ਆਪਣੇ ਹੀ ਦਿੱਲੀ ਦੇ ਕੋਹੜੇ ਦਾ ਦਸਤਾ ਬਣ ਜਾਂਦੇ ਆ। ਸਾਡੇ ਆਪਣੇ ਹੀ ਦਿੱਲੀ ਦੇ ਜਿਹੜੀ ਵਾਅਦਾ ਮਾਫ ਗਵਾਹ ਬਣ ਕੇ ਦਿੱਲੀ ਦੇ ਹੱਕ 'ਚ ਭੁਗਤਦੇ ਰਹੇ ਆ। ਅਕਾਲੀ ਦਲ ਕੀ ਕਰੇ? ਅਕਾਲੀ ਦਲ ਇੱਕ ਐਸੀ ਪਾਰਟੀ ਹੈ ਜਿਹੜੀ ਨਿਰੋਲ ਪੰਜਾਬ ਦੀ ਆਵਾਜ਼ ਬਣ ਕੇ ਪੰਜਾਬ ਦੇ ਇਹਨਾਂ ਮਸਲਿਆਂ ਲਈ ਲੜਦੀ ਰਹੀ ਆ ਔਰ ਲੜੇਗੀ। ਇੱਕ ਮਿੰਟ ਜ਼ਰਾ ਮੈਂ ਇਹ ਜਿਹੜਾ ਪੰਜਾਬੀ ਯੂਨੀਵਰਸਿਟੀ ਦਾ ਮਸਲਾ ਆ ਉਹਦੇ ਬਾਰੇ ਮੈਂ ਥੋੜਾ ਐਡ ਕਰਨਾ ਚਾਹੁੰਦਾ। ਵੈਸੇ ਤਾਂ ਪ੍ਰੈਸ ਸਾਹਿਬ ਨੇ ਸਾਰੀ ਗੱਲ ਦੱਸਦੀ ਹੈ, ਲੇਕਿਨ ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਦੇ ਟੀਚਰਸ ਜਿਹੜੇ ਸਾਹਿਬਾਨ ਨੇ, ਹੈਡ ਆਫ ਦਾ ਡਿਪਾਰਟਮੈਂਟ ਨੇ, ਵਿਰਕ ਸਾਹਿਬ ਮੇਰੇ ਨਾਲ ਬੈਠੇ ਨੇ, ਮੁਹੰਮਦ ਇਦਰੀਸ ਸਾਹਿਬ ਨੇ, ਜਿਨ੍ਹਾਂ ਨੇ ਮੁੱਖ ਤੌਰ 'ਤੇ ਉੱਥੇ ਪਹਿਲਾਂ ਹੀ ਇਹ ਇਸ਼ੂ ਉਠਾਇਆ ਹੋਇਆ। ਇਹਦਾ ਇੱਕ ਹੋਰ ਪਹਿਲੂ ਵੀ ਹੈ ਜਿਹੜਾ ਕਿ ਪ੍ਰੈਸ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਉਹਨੂੰ ਮੈਂ ਅੱਗੇ ਵਧਾ ਰਿਹਾ ਕਿ ਦੇਖੋ ਜਿਹੜੀ ਆਮ ਆਦਮੀ ਪਾਰਟੀ ਹੈ ਨਾ, ਇਹਨਾਂ ਦੇ ਉੱਤੇ ਪਹਿਲਾਂ ਹੀ ਇਹ ਇਲਜ਼ਾਮ ਲੱਗ ਰਿਹਾ। ਤੁਹਾਨੂੰ ਯਾਦ ਹੋਵੇਗਾ ਮੈਂ ਵੀ ਲਾਉਂਦਾ ਰਿਹਾ ਤੇ ਹੋਰ ਬੰਦੇ ਵੀ ਲਾਉਂਦੇ ਰਹੇ ਨੇ ਕਿ ਦਿੱਲੀ ਦੇ ਵਿੱਚ ਪੰਜਾਬੀ ਜਿਹੜੀ ਬੋਲੀ ਹੈ ਸਕੂਲਾਂ ਦੇ ਵਿੱਚ ਉਹਦੀ ਪੜ੍ਹਾਈ ਬੰਦ ਕਰਤੀ ਗਈ ਹੈ, ਔਰ ਇਸ ਤਰ੍ਹਾਂ ਹੀ ਉੱਥੇ ਜਿਹੜੀ ਪੰਜਾਬੀ ਅਕੈਡਮੀ ਹੈ ਦਿੱਲੀ ਦੇ ਵਿੱਚ, ਉਹਦਾ ਜਿਹੜਾ ਚੇਅਰਮੈਨ ਇਹਨਾਂ ਨੇ ਲਾਇਆ, ਉਹਨੂੰ ਪੰਜਾਬੀ ਆਉਂਦੀ ਤੱਕ ਨਹੀਂ। ਨਾ ਉਹ ਪੰਜਾਬੀ ਹੈ, ਯੂਪੀ ਦਾ ਬੰਦਾ ਹੈ, ਰਜਿੰਦਰ ਕੁਮਾਰ ਉਹਦਾ ਨਾਂ ਹੈ, ਨਾ ਉਹਨੂੰ ਪੰਜਾਬੀ ਬੋਲਣੀ ਆਉਂਦੀ ਹੈ, ਨਾ ਉਹਨੂੰ ਲਿਖਣੀ ਆਉਂਦੀ ਹੈ। ਸਾਡਾ ਖਦਸ਼ਾ ਇਹ ਹੈ ਕਿ ਸਿਸਟਮੈਟਿਕ ਤਰੀਕੇ ਨਾਲ, ਜਿਹੜਾ ਧਿਆਨ ਨਾਲ ਸੁਣ ਲਿਓ ਜੀ ਅਵਤਾਰ ਸਿੰਘ ਜੀ, ਤੁਸੀਂ ਵੀ ਸਾਰੇ ਵੀ, ਕਿ ਸਿਸਟਮੈਟਿਕਲੀ ਪੰਜਾਬ ਦੀ ਪੰਜਾਬੀਅਤ ਦੀ ਆਇਡੈਂਟੀਟੀ ਔਰ ਸਿੱਖ ਆਇਡੈਂਟੀਟੀ ਔਰ ਪੰਜਾਬੀ ਕਲਚਰ, ਪੰਜਾਬੀ ਲੈਂਗੁਏਜ ਦਾ ਕਲਚਰ ਔਰ ਪੰਜਾਬੀ ਇਤਿਹਾਸ, ਇਹਨੂੰ ਡਾਇਲਿਊਟ ਕਰਕੇ ਸਬਸਿਊਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹਨੂੰ ਡਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਕਿ ਬਾਕੀਆਂ ਨਾਲੋਂ ਇਹਦੀ ਭਿੰਨਤਾ ਜਿਹੜੀ ਹੈ, ਡਾਇਵਰਸਿਟੀ ਜਿਹੜੀ ਦੇਸ਼ ਦਾ ਮਾਣ ਹੈ, ਉਹਦੇ ਵਿੱਚ ਪੰਜਾਬੀਅਤ ਜਿਹੜੀ ਹੈ ਜਾਂ ਪੰਜਾਬੀ ਕਲਚਰ, ਸਿੱਖ ਧਰਮ ਦਾ ਜਿਹੜਾ ਆਪਣਾ ਇੱਕ ਵਜੂਦ ਹੈ, ਉਹਨੂੰ ਖਤਮ ਕਰਨ ਦੀ, ਉਹਨੂੰ ਇਸ ਤਰ੍ਹਾਂ ਦਿਖਾਉਣ ਦੀ ਵੀ ਇਹ ਤਾਂ ਇੱਕ ਵੱਡੇ ਕਲਚਰ ਦਾ ਹਿੱਸਾ ਹੈ, ਇਸ ਤਰ੍ਹਾਂ ਹੈ ਨਹੀਂ। ਇਹ ਉਹਦਾ ਜਿਹੜਾ ਹੈ ਭਗਵੰਤ ਮਾਨ ਉਹਨਾਂ ਨੂੰ ਮੈਂ ਅਪੀਲ ਕਰਦਾ, ਕਿਉਂਕਿ ਪੰਜਾਬੀ ਦੇ ਉਹ ਕਲਾਕਾਰ ਨੇ ਔਰ ਪੰਜਾਬੀ ਲੈਂਗੁਏਜ ਨਾਲ ਉਹਨਾਂ ਨੂੰ ਕਹਿੰਦੇ ਨੇ ਕਿ ਆਪਣੇ ਆਪ ਕਹਿੰਦੇ ਨੇ ਉਹ ਕਿ ਮੈਨੂੰ ਬਹੁਤ ਫਖਰ ਹੈ ਪੰਜਾਬੀ ਹੋਣ ਦੇ ਉੱਤੇ ਔਰ ਪੰਜਾਬੀ ਲੈਂਗੁਏਜ ਦੀ ਸੇਵਾ ਕਰਨ ਉੱਤੇ। ਇਸ ਕਰਕੇ ਜੋ ਪੰਜਾਬੀ ਯੂਨੀਵਰਸਿਟੀ 'ਚ ਹੋ ਰਿਹਾ, ਇਹ ਸਿਰਫ ਮਹਿਕਮੇ ਮਰਜ ਕਰਨ ਤੱਕ ਸੀਮਤ ਨਹੀਂ ਹੈ। ਇਟ ਇਜ਼ ਇੱਕ ਅਟੈਕ ਔਨ ਪੰਜਾਬ ਸੈਪਰੇਟ ਕਲਚਰਲ ਆਈਡੈਂਟੀਟੀ, ਔਰ ਇਹਦਾ ਲਿੰਕ ਸਿੱਧਾ ਧਰਮ, ਸਿੱਖ ਧਰਮ ਦੇ ਜਿਹੜੀ ਆਪਣੀ ਵਿਲੱਖਣ ਹੋਂਦ ਹੈ ਉਹਦੇ ਨਾਲ ਵੀ ਜੁੜਦਾ ਹੈ, ਕਿਉਂਕਿ ਪੰਜਾਬੀ ਲੈਂਗੁਏਜ ਆਪਾਂ ਗੁਰਮੁਖੀ ਕਹਿੰਦੇ ਹਾਂ, ਗੁਰਾਂ ਦੀ ਮੁਖ ਤੋਂ ਨਿਕਲੀ ਹੋਈ ਬੋਲੀ, ਇਸ ਤਰ੍ਹਾਂ ਲੈਂਦੇ। ਗੁਰੂ ਨਾਨਕ ਸਾਹਿਬ ਦੇ ਨਾਲ ਸਿੱਧਾ ਇਹਨਾਂ ਦਾ ਸੰਬੰਧ ਹੈ। ਇੱਕ ਤਾਂ ਇਹ ਚੀਜ਼। ਦੂਸਰਾ ਚੀਜ਼, ਤੁਸੀਂ ਖਹਿਰਾ ਸਾਹਿਬ ਜਿਹੜੀ ਗੱਲ ਕਰ ਰਹੇ ਹੋ ਬਾਰ-ਬਾਰ, ਮੈਂ ਸਾਰੇ ਵੀਰਾਂ ਨੂੰ ਵੀ ਇੱਕ ਵਾਰੀ ਮੈਂ ਕਹਿ ਦੇਵਾਂ, ਕਿਉਂਕਿ ਉਸ ਵੇਲੇ ਚੰਦੂਮਾਜਰਾ ਸਾਹਿਬ ਵੀ, ਅਸੀਂ ਵੀ ਸਾਰੇ ਇਕੱਠੇ ਇਹ ਲੜਾਈ ਲੜਦੇ ਰਹੇ ਹਾਂ ਜਿਹੜੀ ਚੰਡੀਗੜ੍ਹ ਤੁਸੀਂ ਗੱਲ ਕਰਦੇ ਹਾਂ, ਸਰਕਾਰਾਂ ਦੇ ਟਾਈਮ ਕੀ ਹੁੰਦਾ ਤੇ ਉੱਦਾਂ ਕੀ ਹੁੰਦਾ। ਮੇਰੇ ਖਿਆਲ ਦੇ ਵਿੱਚ ਜਿਹੜੀ ਚੰਦੂਮਾਜਰਾ ਸਾਹਿਬ ਨੇ ਗੱਲ ਕਹੀ ਆ, ਉਹ ਕਹਿੰਦੇ ਹੁੰਦੇ ਕੁੱਜੇ ਦੇ ਵਿੱਚ ਸਾਗਰ ਬੰਨ੍ਹਤਾ ਉਹਨਾਂ ਨੇ, ਕਿ ਜਦ ਤੱਕ ਪੰਜਾਬੀ ਯੂਨਿਟੀ ਨਹੀਂ ਹੁੰਦੀ, ਸਾਡੀ ਲੜਾਈ ਆਪਸ ਵਿੱਚ ਹੀ ਨਹੀਂ ਹੈ,
ਚੰਡੀਗੜ੍ਹ ਬਾਰੇ। ਸਾਡੀ ਲੜਾਈ ਆਮ ਆਦਮੀ ਪਾਰਟੀ ਦੇ ਪੰਜਾਬ ਯੂਨਿਟ ਨਾਲ ਨਹੀਂ ਹੈ, ਸਾਡੀ ਲੜਾਈ ਕਾਂਗਰਸ ਪਾਰਟੀ ਦੇ ਪੰਜਾਬ ਯੂਨਿਟ ਨਾਲ ਨਹੀਂ ਹੈ, ਸਾਡੀ ਲੜਾਈ ਕਿਸੇ ਵੀ ਹੋਰ ਪੰਜਾਬੀ ਨਾਲ ਨਹੀਂ ਹੈ। ਇਹ ਲੜਾਈ ਪੰਜਾਬ ਦੀ ਸਾਰਿਆਂ ਦੀ ਕੇਂਦਰ ਦੇ ਨਾਲ ਹੈ, ਔਰ ਕੇਂਦਰ ਚਾਹੇ ਭਾਜਪਾ ਹੋਵੇ, ਚਾਹੇ ਉੱਥੇ ਕੋਈ ਹੋਰ ਪਾਰਟੀ ਹੋਵੇ, ਕਾਂਗਰਸ ਪਾਰਟੀ ਹੋਵੇ, ਜਦ ਤੱਕ ਸਾਰੇ ਪੰਜਾਬੀ ਰਲ ਕੇ, ਜਿਹੜੀ ਗੱਲ ਚੰਦੂ ਮਾਜਰਾ ਸਾਹਿਬ ਨੇ ਕਹੀ ਹੈ ਵੀ ਉੱਥੇ ਯਕਜਹਿਤੀ ਨਹੀਂ ਦਿਖਾਈ ਗਈ ਵਿਧਾਨ ਸਭਾ ਦੇ ਵਿੱਚ, ਜਦ ਤੱਕ ਆਪਾਂ ਉਹ ਇੱਕ ਮੁੱਠਤਾ ਨਹੀਂ ਦਿਖਾਲਦੇ। ਇਸ ਕਰਕੇ ਮੈਂ ਬੇਨਤੀ ਕਰਦਾ ਮੌਜੂਦਾ ਸਰਕਾਰ ਨੂੰ ਵੀ ਕਿ ਜਿਹੜੀ ਮਿਹਣੋ ਮਿਹਣੀ ਵਾਲੀ ਗੱਲ ਆ ਨਾ, ਇਹਨੂੰ ਇਹ ਬੰਦ ਕਰਨ। ਇਸ ਇਸ਼ੂ ਤੇ ਅਕਾਲੀ ਦਲ ਅਨਕੰਡੀਸ਼ਨਲੀ ਪੰਜਾਬ ਦੀ ਲੜਾਈ ਲੜਨ ਲਈ ਕਿਸੇ ਵੀ ਧਿਰ ਦੇ ਨਾਲ ਆ, ਜਿਹੜਾ ਪੰਜਾਬ ਦੀ ਲੜਾਈ ਲੜੇ, ਪੰਜਾਬੀਅਤ ਦੀ ਲੜਾਈ ਲੜੇ। ਔਰ ਜਿਹੜਾ ਆਪਾਂ ਪਟਿਆਲਾ ਯੂਨੀਵਰਸਿਟੀ ਦੀ ਗੱਲ ਕਰ ਰਹੇ ਹਾਂ, ਉਹ ਵੀ ਚੰਡੀਗੜ੍ਹ ਇਸ਼ੂ ਨਾਲੋਂ ਕੋਈ ਬਹੁਤਾ ਅਲੱਗ ਨਹੀਂ ਹੈ। ਇਹ ਜੁੜਵੇਂ ਇਸ਼ੂ ਨੇ ਕਿ ਉਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਪੰਜਾਬ ਦੇ ਕਲਚਰ ਦੇ ਉੱਤੇ ਹਮਲਾ ਨੇ। ਔਰ ਚੰਡੀਗੜ੍ਹ ਦਾ ਜਿਹੜਾ ਇਸ਼ੂ ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਇੰਪਲੋਈਜ਼ ਦਾ 92 ਤੱਕ ਕਿੱਦਾਂ ਸੀਗਾ ਜੀ, 92 ਤੱਕ ਤਾਂ ਅਕਾਲੀ ਦਲ ਜੇਲ੍ਹਾਂ ਭਰ ਰਿਹਾ ਸੀਗਾ ਜੀ, ਇਹ ਪੰਜਾਬ ਦੇ ਇਸ਼ੂ ਦੇ ਉੱਤੇ ਹੀ, ਚੰਡੀਗੜ੍ਹ ਦੇ ਇਸ਼ੂ ਦੇ ਉੱਤੇ ਹੀ, ਔਰ ਉਸ ਤੋਂ ਬਾਅਦ ਹੀ ਇਹ ਠੀਕ ਕੀਤਾ ਗਿਆ ਸੀਗਾ। ਤਾਂ ਉਹ ਜਿਹੜੀ ਗੱਲ ਕਰਦੇ ਨੇ ਨਾ ਪੰਜਾਬ, ਜਿਹੜਾ ਇਹ ਕਹਿੰਦੇ ਇੰਪਲੋਈਜ਼ ਦਾ ਤੁਸੀਂ ਕਰਦੇ, ਇੰਪਲੋਈਜ਼ ਦਾ ਇਹਨਾਂ ਕੋਈ ਸੰਬੰਧ ਹੀ ਨਹੀਂ। ਸਾਡੇ ਵੱਲੋਂ ਇੰਪਲੋਈ ਨੂੰ 2-2 ਲੱਖ ਤਨਖਾਹਾਂ ਦੇਣ, ਪਰ ਪੰਜਾਬ ਦਾ ਮੰਨ ਕੇ ਦੇਣ, ਔਰ ਇਹ ਡੇਟ ਫਿਕਸ ਕਰਨ ਜਿੱਦਾਂ ਕੀਤੀ ਗਈ ਸੀ। ਜਿਹੜਾ ਪੰਜਾਬ ਅਕੋਰਡ ਹੈ, ਇਟ ਵਾਜ਼ ਇੰਡੋਰਸਡ ਬਾਈ ਦੀ ਪਾਰਲੀਮੈਂਟ ਆਫ ਇੰਡੀਆ, ਔਰ ਇੱਕ ਕੱਲਾ ਅਕੋਰਡ ਆ ਦੇਸ਼ ਦਾ ਜਿੱਥੇ ਗਵਰਨਮੈਂਟ ਆਫ ਇੰਡੀਆ ਨੇ ਇੱਕ ਪੋਲੀਟੀਕਲ ਪਾਰਟੀ ਦੇ ਪ੍ਰਧਾਨ ਦੇ ਨਾਲ ਸਾਈਨ ਕੀਤਾ ਅਕੋਰਡ। ਕੋਈ ਉਹਨਾਂ ਨੂੰ ਇਹ ਮੰਨਦੇ ਹੋਏ ਕਿ ਪੰਜਾਬ ਪੂਰੇ ਨੂੰ ਔਰ ਖਾਲਸਾ ਤੇ ਖਾਲਸਾ ਪੰਥ ਨੂੰ ਔਰ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਉਹ ਸੰਤ ਸਚਿੰਦ ਸਿੰਘ ਲੌਂਗੋਵਾਲ ਉਸ ਵੇਲੇ। ਤੋਂ ਇਹ ਜਿਹੜਾ ਉਸ ਅਕੋਰਡ ਨੂੰ ਬੈਕਆਊਟ ਕੀਤੇ ਨੇ। ਔਰ ਜਿਹੜਾ ਚੰਡੀਗੜ੍ਹ ਦਾ ਉਸਲੇ ਜਿਹੜੀ ਚੰਦੂ ਮਾਜਰਾ ਸਾਹਿਬ ਨੇ ਗੱਲ ਕੀਤੀ, ਮੈਂ ਥੋੜ੍ਹੀ ਜਿਹੀ ਵਜਾਹਤ ਦੇ ਦਾਂ ਕਿ ਜਿਹੜਾ ਉਹ ਇਸ਼ੂ ਸੈਟਲ ਹੋਇਆ ਸੀਗਾ, ਜਿਹੜੇ ਕਮਿਸ਼ਨ ਬਣੇ ਸੀਗੇ, ਆਖਰੀ ਕਮਿਸ਼ਨ ਜਿਹੜਾ ਡਿਸਾਈ ਕਮਿਸ਼ਨ ਸੀ ਉਹਦਾ ਨਾਂ, ਉਹਨੇ ਕਲੀਅਰਲੀ ਇਹ ਗੱਲ ਕਹਿ ਦਿੱਤੀ ਕਿ ਕੋਈ ਹਿੰਦੀ ਸਪੀਕਿੰਗ ਏਰੀਆ ਪੰਜਾਬ ਵਿੱਚੋਂ ਐਸਾ ਨਹੀਂ ਮਿਲ ਰਿਹਾ ਜਿਹਨੂੰ ਕਿ ਹਰਿਆਣੇ ਲਈ ਟਰਾਂਸਫਰ ਕਰਤਾ ਜਾ ਸਕਦਾ ਹੋਵੇ। ਲੇਕਿਨ ਐਜ਼ ਏ ਗੁੱਡਵਿਲ ਅਸੀਂ ਅਪੀਲ ਕਰਦੇ ਹਾਂ। ਉਹ ਕਮਿਸ਼ਨ ਦਾ ਕੰਮ ਨਹੀਂ ਸੀ ਗੁੱਡਵਿਲ ਦੇ ਤੌਰ ਤੇ ਅਪੀਲ ਕਰਨਾ, ਉਹਦਾ ਕੰਮ ਸਿਰਫ ਆਈਡੈਂਟੀਫਾਈ ਕਰਨਾ। ਤੇ ਅਸੀਂ ਗੁੱਡਵਿਲ ਦੇ ਤੌਰ ਤੇ 70,000 ਏਕੜ ਉਹਨਾਂ ਨੂੰ ਦੇ ਦੇਣ ਪੰਜਾਬ ਵਾਲੇ, ਜਾਣੀ ਕਿ ਉਹਨੇ ਆਪਣੀ ਬਰੀਫ ਤੋਂ ਅੱਗੇ ਜਾ ਕੇ ਗੱਲ ਕੀਤੀ ਸੀ, ਜਿਹਨੂੰ ਓਬਵੀਅਸਲੀ ਅਕਾਲੀ ਸਰਕਾਰ ਨੇ ਰਿਜੈਕਟ ਕਰਨਾ ਹੀ ਕਰਨਾ ਸੀਗਾ ਕਿ ਤੁਸੀਂ ਆਪਣੀ ਬਰੀਫ ਦੀ ਗੱਲ ਕਰੋ। ਕਿਸੇ ਵੀ ਤਰੀਕੇ ਦੇ ਨਾਲ ਕਨਸਟੀਟਿਊਸ਼ਨਲੀ, ਮੋਰਲੀ, ਪੋਲੀਟੀਕਲੀ ਚੰਡੀਗੜ੍ਹ ਜਿਹੜਾ ਆ ਦੇਸ਼ ਦੀ ਸਰਕਾਰਾਂ ਨੇ, ਦੇਸ਼ ਦੀ ਪਾਰਲੀਮੈਂਟ ਨੇ ਇਸ ਗੱਲ ਬਾਰੇ ਕੋਈ ਦੋ ਰਾਏ ਨਹੀਂ ਰਹੀ ਕਦੇ ਵੀ ਕਿ ਚੰਡੀਗੜ੍ਹ ਪੰਜਾਬ ਦਾ ਹੈ। ਇਹਦੇ ਬਾਰੇ ਕੋਈ ਰੌਲਾ ਹੀ ਨਹੀਂ ਹੈ। ਇਹ ਸਾਨੂੰ ਸਾਬਤ ਕਰਨ ਦੀ ਲੋੜ ਨਹੀਂ ਹੈ। ਗੱਲ ਸਿਰਫ ਇੰਨੀ ਹੈ ਕਿ ਇਹ ਤੁਸੀਂ ਟਰਾਂਸਫਰ ਕਿਉਂ ਨਹੀਂ ਕਰ ਰਹੇ। ਔਰ ਇਹਦੇ ਤੇ ਅਸੀਂ ਭਗਵੰਤ ਸਿੰਘ ਮਾਨ ਹੋਣਾ ਨੂੰ ਵੀ ਇੱਕ ਅਪੀਲ ਕਰਦੇ ਹਾਂ। ਕਾਂਗਰਸ ਪਾਰਟੀ ਵਾਲਿਆਂ ਨੂੰ ਅੱਜ ਜਾਖੜ ਸਾਹਿਬ ਨੇ ਇੱਕ ਬਿਆਨ ਦੇਤਾ ਕਿ ਜੀ ਇਹ ਤਾਂ ਇਸ਼ੂ ਮਰ ਚੁੱਕਾ ਆ। ਮੈਂ ਬੇਨਤੀ ਕਰਦਾ, ਬੜੇ ਸਿਆਣੇ ਸੁਲਝੇ ਹੋਏ ਸਿਆਸਤਦਾਨ ਨੇ, ਇਹ ਇਸ਼ੂ ਮਰ ਨਹੀਂ ਚੁੱਕਾ, ਤੁਸੀਂ ਇਹਨੂੰ ਕਤਲ ਕਰਦੇ ਹੋ। ਇਹ ਚੰਡੀਗੜ੍ਹ ਦੇ ਇਸ਼ੂ ਨੂੰ ਡੋਂਟ ਮਰਡਰ ਇਟ। ਇਹ ਇਸ਼ੂ ਅਲਾਈਵ ਹੈ, ਇਹਦੇ ਲਈ ਫਾਈਟ ਜਾਰੀ ਹੈ। ਔਰ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਨਾਲ ਰਲ ਕੇ ਸਾਰੇ ਇਕੱਠੇ ਹੋ ਕੇ, ਇਸ ਵੇਲੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ, ਅਸੀਂ ਉਹਨਾਂ ਨੂੰ ਵੀ ਕਹਿੰਦੇ ਹਾਂ ਕਿ ਅੱਗੇ ਹੋ ਕੇ ਉਹ ਜਿਹੜੀ ਸਰਕਾਰਾਂ ਦੇ ਫਰਜ਼ ਹੁੰਦੇ ਆ ਸੂਬੇ ਨੂੰ ਦੇ ਹਿੱਤਾਂ ਨੂੰ ਪ੍ਰੋਟੈਕਟ ਕਰਨਾ, ਅਸੀਂ ਨਾਲ ਆ। ਸੋ ਜੇ ਕੋਈ ਇਹਦੇ ਬਾਰੇ ਕੋਈ ਸਵਾਲ ਮੇਰੇ ਲੈ ਲੈਣ। ਮਤਲਬ ਕਿਸੇ ਧਿਰ ਨਾਲ ਨਹੀਂ, ਅਸੀਂ ਮਤਲਬ ਸਰਕਾਰ ਨਾਲ ਇਸ ਕਰਕੇ ਕਿ ਸਰਕਾਰ ਦਾ ਪ੍ਰੈਰੋਗੇਟਿਵ ਇਸ ਕਰਕੇ ਆ। ਪਰ ਜੇ ਉਹ ਆਪਣਾ ਫਰਜ਼ ਨਹੀਂ ਨਿਭਾਏਗੀ ਤਾਂ ਅਕਾਲੀ ਦਲ ਅੱਗੇ ਆਊਗਾ, ਕਿਉਂਕਿ ਅਕਾਲੀ ਦਲ ਦਾ ਇਤਿਹਾਸ ਆ, ਅਕਾਲੀ ਦਲ ਦਾ ਪਿਛੋਕੜ ਆ, ਅਕਾਲੀ ਦਲ ਨੇ ਇਹ ਲੜਾਈ ਲੜੀ ਆ, ਉਹ ਛੱਡੇਗਾ ਨਹੀਂ। ਪਰ ਅੱਜ ਅਸੀਂ ਕਹਿੰਦੇ ਉਹਨਾਂ ਦਾ ਪ੍ਰੈਰੋਗੇਟਿਵ ਉਹਨੂੰ ਤੇ ਕੰਮ ਕਰੇ। ਚੰਦੂਮਾਜਰਾ ਸਾਹਿਬ, ਚੰਡੀਗੜ੍ਹ ਦਾ ਮੁੱਦਾ ਬੜਾ ਸੰਵੇਦਨਸ਼ੀਲ ਆ ਔਰ ਸ਼੍ਰੋਮਣੀ ਅਕਾਲੀ ਦਲ ਵੀ ਇਹਨੂੰ ਬੜਾ ਗੰਭੀਰਤਾ ਦੇ ਨਾਲ ਲੈ ਰਿਹਾ ਤੇ ਉਹਦੇ ਨਾਲ ਸੰਬੰਧਿਤ ਹੀ ਵਿਸ਼ੇਸ਼ ਸੈਸ਼ਨ ਵੀ ਵਿਧਾਨ ਸਭਾ ਦਾ ਬੁਲਾਇਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ 3 ਵਿਧਾਨ ਸਭਾ ਦੇ ਮੈਂਬਰ ਨੇ ਤੇ ਜਿਨ੍ਹਾਂ ਚੋਂ ਇੱਕ ਦੇ ਸ਼੍ਰੋਮਣੀ ਅਕਾਲੀ ਦਲ ਦੇ ਮਿਸੇਜ ਮਜੀਠੀਆ, ਉਹ ਕਿਉਂਕਿ ਇਸ ਸੈਸ਼ਨ ਦੇ ਵਿੱਚ ਉਹਨਾਂ ਨੂੰ ਆਉਣਾ ਚਾਹੀਦਾ ਸੀ। ਅਜੇ ਤੱਕ ਉਹਨਾਂ ਨੇ ਮੇਰੇ ਖਿਆਲ ਜਿੱਥੇ ਤੱਕ ਮੈਨੂੰ ਪਤਾ ਸਹੁੰ ਨਹੀਂ ਚੱਕੀ, ਆਏ ਨਹੀਂ, ਉਹਨਾਂ ਨੂੰ ਆਉਣਾ ਚਾਹੀਦਾ। ਇਹਦਾ ਕਾਰਨ ਕੀ ਹੈ? ਨਹੀਂ ਦੇਖੋ, ਗੱਲ ਇਹ ਤਾਂ ਚਲੋ ਪਰਿਵਾਰਕ ਕਈ ਵਾਰੀ ਹੋ ਸਕਦੇ ਕੰਮ, ਪਰ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਜਦੋਂ ਮਤਾ ਆਇਆ ਸਭ ਤੋਂ ਪਹਿਲਾਂ ਸਪੋਰਟ ਕੀਤੀ ਉਸ ਗੱਲ ਦੀ। ਸ਼੍ਰੋਮਣੀ ਅਕਾਲੀ ਦਲ, ਮੈਂ ਤਾਂ ਹੀ ਕਿਹਾ ਵੀ ਹਾਲਾਂਕਿ ਅਸੀਂ ਇਸ ਗੱਲ ਦੇ ਹੱਕ ਵਿੱਚ ਸੀ ਕਿ ਹੁਣ ਈਦ ਪਿੱਛੋਂ ਚੰਦਾ ਫੂਕਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਸੀ, ਕਾਨੂੰਨ ਬਣ ਚੁੱਕਿਆ ਸੀ। ਫਿਰ ਤਾਂ ਪੋਚਾ ਪੋਚੀ ਵਾਲੀ ਗੱਲ ਸੀ। ਅਸੀਂ ਸਮਝਦੇ ਹੋਏ ਵੀ ਫਿਰ ਵੀ ਮਤੇ ਦੀ ਸਪੋਰਟ ਕੀਤੀ ਆ, ਔਰ ਜੋ ਅਸੀਂ ਸੋਚਦੇ ਸੀ ਉਹੀ ਹੋਇਆ, ਬਲਕਿ ਵਿਰੋਧੀ ਨੂੰ ਮੌਕਾ ਦਿੱਤਾ। ਅਸੀਂ ਅੱਜ ਵੀ ਜੇ ਇਹਦਾ ਹੱਲ ਸਮਝਦੇ ਹਾਂ, ਅੱਜ ਵੀ ਇਹਦਾ ਹੱਲ ਆ ਕਿ ਸਰਬ ਪਾਰਟੀ ਮੀਟਿੰਗ ਸੱਦੇ ਪੰਜਾਬ ਸਰਕਾਰ, ਸਰਬ ਪਾਰਟੀ ਮੀਟਿੰਗ ਸੱਦ ਕੇ ਇਹਦੇ ਨਾਲ ਜਨਤਕ ਪੰਜਾਬੀਆਂ ਦਾ ਜਾਨੀ ਜਹਾਦ ਖੜਾ ਕਰੇ, ਤਾਂ ਇਹ ਮਸਲਾ ਹੱਲ ਹੋਏਗਾ। ਇਹ ਹੁਣ ਮਤਲਬ ਬੁੱਕਲ 'ਚ ਲੱਡੂ ਭਰ ਕੇ ਨਹੀਂ ਹੋ ਸਕਦਾ।
ਇਹ ਨਾਲੇ ਇੱਧਰ ਨਾਲੇ ਉੱਧਰ ਦੋਗਲੀ ਨੀਤੀ ਨਾਲ ਨਹੀਂ ਹੋ ਸਕਦਾ। ਮੈਂ ਤੁਹਾਨੂੰ ਕਿਹਾ ਵੀ ਆਪ ਪਾਰਟੀ ਨੂੰ ਸਪਸ਼ਟ ਕਰਨੀ ਚਾਹੀਦੀ ਹੈ ਆਪਣੀ ਨੀਤੀ। ਯੂਨੀਵਰਸਿਟੀ ਲਗਾਤਾਰ ਘਾਟੇ 'ਚ ਜਾ ਰਹੀ ਹੈ। ਅਕਾਲੀ ਸਰਕਾਰ ਸੀ ਉਸ ਸਮੇਂ ਵੀ ਘਾਟੇ 'ਚ ਜਾ ਰਹੀ ਸੀ। ਹੱਲ ਕੀ ਨਜ਼ਰ ਆਉਂਦਾ ਇਹ ਚੀਜ਼ ਦਾ? ਕਿਉਂਕਿ ਅਕਾਲੀ ਮੇਰੀ ਗੱਲ ਸੁਣੋ, ਉਦੋਂ ਕੋਈ ਨਹੀਂ ਤੋ ਆਪਾਂ ਇਹ ਹਰ ਇੱਕ ਨੂੰ ਦੇਖੋ ਬਰਾਬਰ ਨਾ ਗਿਣਿਆ ਕਰੋ। ਅਕਾਲੀ ਸਰਕਾਰ ਨੇ 50-50 ਕਰੋੜ ਰੁਪਈਆ ਹਰ ਸਾਲ ਆਪਣਾ ਜਿੰਨਾ ਬਣਦਾ ਸੀ ਨਾ 20 ਕਰੋੜ ਰੁਪਈਆ ਦੇਣਾ, ਉਹ ਤੋਂ ਐਕਸਟਰਾ 50-50 ਕਰੋੜ 40-40 ਕਰੋੜ ਹਰ ਸਾਲ ਐਕਸਟਰਾ ਮਾਲੀ ਮਦਦ ਕੀਤੀ ਆ ਪੰਜਾਬੀ ਯੂਨੀਵਰਸਿਟੀ ਦੀ। ਉਹਦੇ ਬਾਵਜੂਦ ਘਾਟੇ 'ਚ ਗਿਆ ਤਾਂ ਮੈਂ ਤਾਂ ਹੀ ਤਾਂ ਕਿਹਾ ਵੀ ਇਹਦੇ 'ਚ ਕੁਛ ਨਾ ਕੁਛ ਇਹ ਨਹੀਂ ਹੈ ਜੇ ਘਾਟੇ ਜਾਣਾ ਹੁਣ ਅਸੀਂ ਯੂਨੀਵਰਸਿਟੀ ਉਠਾ ਦਈਏ। ਯੂਨੀਵਰਸਿਟੀ ਨੂੰ ਸੁਧਾਰ ਲਿਆਉਣ ਦੀ ਲੋੜ ਆ। ਮੈਂ ਸੁਜੈਸਟ ਕੀਤਾ ਵੀ ਮੈਂ ਰਿਹਾ ਮੈਂਬਰ, ਅਸੀਂ ਮੈਂ ਤਾਂ ਹੀ ਕਿਹਾ ਸੀ ਉਹ ਪੈਸੇ ਦੋਂਦੇ ਰਹੇ ਪੰਜਾਬ। ਅਸੀਂ ਮੈਂ ਹੀ ਕਿਹਾ ਵੀ ਅਸੀਂ ਉਹਦੀ ਮਾਲੀ ਮਦਦ ਦੋਂਦੇ ਰਹੇ। ਸਾਡੇ ਵੇਲੇ ਕਦੇ ਵੀ ਅੱਜ ਤੱਕ ਮੁਲਾਜ਼ਮਾਂ ਪ੍ਰੋਫੈਸਰਾਂ ਨੂੰ ਕਦੇ ਆਏ ਨਹੀਂ ਸੀ ਵੀ ਇੱਕ ਦਿਨ ਵੀ ਤਨਖਾਹ ਨਾ ਪਿੱਛੇ ਗਈ ਹੋਵੇ, ਕਦੇ ਨਹੀਂ ਹੋਈ ਨਾ, ਕਦੇ ਨਹੀਂ। ਕੋਈ ਕੁਛ ਕਰੀ ਜਾਣ, ਅਸੀਂ ਕੋਈ ਤਨਖਾਹਾਂ ਪਿੱਛੇ ਕੋਈ ਧਰਨਾ ਨਹੀਂ ਲੱਗਣ ਦਿੱਤਾ। ਕੋਈ ਆ ਪਿੱਛੋਂ ਹੋਇਆ ਜਦੋਂ ਸਰਕਾਰ ਬਦਲ ਗਈ ਸੀ, ਜਦੋਂ ਨਹੀਂ ਕਦੇ ਨਹੀਂ ਚੱਲੀਆਂ। ਪੁੱਛ ਲਓ ਕਦੋਂ ਡਾਂਗਾ ਚੱਲੀਆਂ ਇੱਥੇ ਸਾਡੀ ਸਰਕਾਰ ਵੇਲੇ। ਕਦੇ ਜਿੰਨੀ ਦੇਰ ਮੈਂ ਸਿੰਡੀਕੇਟ ਦਾ ਮੈਂਬਰ ਰਿਹਾ ਕਦੇ ਨਹੀਂ ਹੋਣ ਦਿੱਤੀ। ਸਗੋਂ ਅਸੀਂ ਤਾਂ ਕਈ ਮਸਲੇ ਸੀ ਉਹ ਸੁਲਝਾਏ ਆ। ਅੱਛਾ ਦੂਜੀ ਗੱਲ ਮੇਰੀ ਗੱਲ ਸੁਣੋ ਨਾ, ਅਸੀਂ ਤਾਂ ਮਦਦ ਕੀਤੀ ਆ। ਅਸੀਂ ਹੁਣ ਵੀ ਕਹਿੰਦੇ ਆ ਵੀ ਇਹਦੀ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਅਸੀਂ ਮਾਲੀ ਹਾਲਤ ਸੁਧਾਰਨ ਲਈ ਵਾਈਸ ਚਾਂਸਲਰ ਸਾਹਿਬ ਦੇ ਨਾਲ ਆ। ਅਸੀਂ ਚਾਹੁੰਦੇ ਆ ਵੀ ਇਹ ਯੂਨੀਵਰਸਿਟੀ ਪੈਰਾਂ 'ਤੇ ਖੜੀ ਹੋਵੇ। ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਕਹਿ ਕੇ ਆਏ ਉਹ ਆਪਣਾ ਵਾਅਦਾ ਨਿਭਾਉਣ। ਦੂਜੇ ਹੋਰ ਤਰੀਕੇ ਬਹੁਤ ਨੇ ਉੱਥੇ ਜਿੰਨੇ ਕੰਸਟੀਚਿਊਟ ਕਾਲਜ ਨੇ ਉਹ ਇੱਕ ਸਾਧਨ ਬਣ ਸਕਦੇ ਨੇ ਆਮਦਨ ਦਾ। ਉਹਨਾਂ ਵਿੱਚ ਨਵੇਂ ਡਿਪਲੋਮਾ ਕੋਰਸ ਸ਼ੁਰੂ ਹੋ ਸਕਦੇ ਨੇ, ਮਤਲਬ ਉਹਨਾਂ ਨੂੰ ਇੱਕ ਆਮਦਨ ਦਾ ਸਾਧਨ ਬਣਾਇਆ ਜਾ ਸਕਦਾ। ਫਿਰ ਇੱਕ ਹੋਰ ਆ ਵੀ ਪਾਰਦਰਸ਼ਤਾ ਵੀ ਲਿਆਉਣ ਦੀ ਲੋੜ ਆ। ਇਹ ਸਾਡੀ ਸਰਕਾਰ ਤਾਂ ਨਹੀਂ ਹੋਇਆ। ਆ ਜਿਹੜੇ ਹੁਣ ਨਵੇਂ ਬਿੱਲ ਜਾਲੀ ਬਿੱਲ ਬਣਾ ਕੇ 35-36 ਕਰੋੜ ਰੁਪਇਆ ਖਾਨੀ ਕਿੰਨਾ ਮਤਲਬ ਜਾਲੀ ਬਿੱਲੇ ਪਾਤੇ। ਇਹ ਤਾਂ ਹੁਣ ਵਾਲੀ ਪਿਛਲੀ ਸਰਕਾਰ ਦਾ ਹੀ ਕੰਮ ਸੀ। ਤੇ ਯਾਰ ਜੋ ਮੇਰੀ ਗੱਲ ਤਾਂ ਸੁਣ ਲਾ ਹੁਣ ਪਹਿਲਾਂ, ਜਿਹੜੇ ਇਹ ਜਿਸ ਕਰਕੇ ਯੂਨੀਵਰਸਿਟੀ ਘਾਟੇ 'ਚ ਗਈ ਨਾ ਉਹਦਾ ਕਾਰਨ ਇਹ ਸੀ ਵੀ ਪਿਛਲੇ ਦਿਨਾਂ ਦੇ ਵਿੱਚ ਨਾ ਉੱਥੇ ਇੱਕ ਤਾਂ ਵਾਈਸ ਚਾਂਸਲਰ ਜਿਹੜੇ 3-4 ਬਦਲਣੇ ਪੈ ਗਏ। ਉਹਨਾਂ ਨੇ ਕੋਈ ਸੰਜੀਦਗੀ ਦੀ ਮੈਂ ਦੋਸ਼ ਤਾਂ ਨਹੀਂ ਲਾਉਂਦਾ, ਪਰ ਜਿਹੜਾ ਸਿਸਟਮ ਆ ਨਾ ਉਹ ਸਿਸਟਮ ਨੂੰ ਸੁਧਾਰਨ ਦੀ ਲੋੜ ਆ। ਉੱਥੇ ਫੰਡਸ ਦੀ ਜਿਵੇਂ ਮਿਸਯੂਟੀਲਾਈਜੇਸ਼ਨ ਹੋਈ ਉਹ ਵੀ ਦੇਖਣ ਦੀ ਲੋੜ ਆ। ਤੇ ਰਿਸੋਰਸ ਜਿਹੜੇ ਯੂਨੀਵਰਸਿਟੀ ਨੂੰ ਆਪਣੇ ਬਣਾਉਣੇ ਪੈਣਗੇ। ਪਰ ਇਹ ਨਹੀਂ ਹੈ ਵੀ ਯੂਨੀਵਰਸਿਟੀ ਦੇ ਡਿਪਾਰਟਮੈਂਟ ਬੰਦ ਕਰ ਦਿਓ। ਡਿਪਾਰਟਮੈਂਟ ਵੀ ਉਹ ਜਿਹੜੇ ਜਿਨ੍ਹਾਂ ਦੇ ਉਦੇਸ਼ ਲਈ ਯੂਨੀਵਰਸਿਟੀ ਬਣੀ ਉਹੀ। ਸਾਡਾ ਅੱਜ ਦਾ ਕਹਿਣ ਦਾ ਮਕਸਦ ਉਹ ਸੀ ਜਿਸ ਪਰਪਸ ਲਈ ਯੂਨੀਵਰਸਿਟੀ ਬਣੀ ਸੀ ਉਹ ਪਰਪਸ ਨੂੰ ਸੱਟ ਵੱਜਦੀ ਆ ਜੇ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਡਿਪਾਰਟਮੈਂਟ ਤੇ ਜੇ ਪੰਜਾਬ ਹਿਸਟੋਰੀਕਲ ਸਟੱਡੀਜ਼ ਨਾਲ ਸੰਬੰਧਿਤ ਡਿਪਾਰਟਮੈਂਟਾਂ ਦਾ ਮਰਜਰ ਹੋਏਗਾ। ਕਿਉਂ ਖੋਜ ਨੂੰ ਸੱਟ ਵੱਜੇਗੀ। ਰਿਸਰਚ ਜ਼ਰੂਰੀ ਆ। ਜੇ ਰਿਸਰਚ ਖਤਮ ਹੋ ਗਈ ਤਾਂ ਪਰਪਸ ਖਤਮ ਹੋ ਗਿਆ। ਇਹ ਹੈ ਮਕਸਦ। ਇਹ ਪੰਜਾਬ ਯੂਨੀਵਰਸਿਟੀ ਸਿਰਫ ਪੰਜਾਬੀ ਇਕੱਲੀ ਯੂਨੀਵਰਸਿਟੀ ਹੈ ਜਿਹੜੀ ਭਾਸ਼ਾ ਦੇ ਨਾਂ ਦੇ ਉੱਤੇ ਯੂਨੀਵਰਸਿਟੀ ਬਣੀ ਹੋਈ ਹੈ। ਹਾਂਜੀ। ਔਰ ਇਹ 'ਚ ਬਹੁਤ ਸਾਰੇ ਡਿਪਾਰਟਮੈਂਟ ਜਿਹੜੇ ਪੰਜਾਬੀ ਭਾਸ਼ਾ ਦੇ ਨਾਲ ਸੰਬੰਧਿਤ। ਹਾਂ। ਔਰ ਜੇ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਲਈ ਉਹਦੇ ਪ੍ਰਸਾਰ ਲਈ ਪ੍ਰਚਾਰ ਲਈ ਯੂਨੀਵਰਸਿਟੀ ਬਣੀ ਹੈ ਤੇ ਇਹ ਫੈਸਲਾ ਜਿਹੜਾ ਜੇ ਮਰਜ਼ ਕਰ ਦਿੰਦੀ ਹੈ ਯੂਨੀਵਰਸਿਟੀ ਤੇ ਸ਼੍ਰੋਮਣੀ ਅਕਾਲੀ ਦਲ ਇਹਦਾ ਲਾਈਨ ਆਫ ਐਕਸ਼ਨ ਕੀ ਹੋਏਗਾ? ਨਾ ਮੈਂ ਕਿਹਾ ਸੀ ਵਾਈਸ ਚਾਂਸਲਰ ਸਾਹਿਬ ਨੂੰ ਮਿਲਾਂਗੇ, ਉਹਨਾਂ ਨਾਲ ਗੱਲ ਕਰਕੇ ਆਪਣੀ ਦਲੀਲ ਦੇਖੋ। ਵਾਈਸ ਚਾਂਸਲਰ ਸਾਹਿਬ ਅੱਛੇ ਨੇ, ਮੈਨੂੰ ਲੱਗਦੀ ਆ ਵੀ ਉਹ ਦਲੀਲ ਨਾਲ ਗੱਲ ਕਰਨੀ ਸੁਣਦੇ ਵੀ ਨੇ ਤੇ ਅਮਲ ਵੀ ਕਰਨਗੇ। ਸਾਨੂੰ ਇਸ ਗੱਲ ਦਾ ਵਿਸ਼ਵਾਸ ਵੀ ਆ ਕਿਉਂਕਿ ਸਾਡਾ ਯੂਨੀਵਰਸਿਟੀ ਨਾਲ ਮੇਰਾ ਤਾਂ ਖਾਸ ਤੌਰ ਤੇ ਲਗਾ ਰਿਹਾ। ਮੈਂ ਤਾਂ ਜੇ ਵਜ਼ੀਰ ਬਣਿਆ, MP ਬਣਿਆ, MLA ਬਣਿਆ, ਮੈਂ ਯੂਨੀਵਰਸਿਟੀ ਕਰਕੇ ਬਣਿਆ। ਮੈਂ ਸਭ ਤੋਂ ਲੰਮਾ ਸਮਾਂ ਯੂਨੀਵਰਸਿਟੀ ਦੀ ਸਿੰਡੀਕੇਟ ਦਾ ਮੈਂਬਰ ਰਿਹਾ, ਪ੍ਰਧਾਨ ਰਿਹਾ। ਤੇ ਅਸੀਂ ਤਾਂ ਆਪਣੇ ਆਰਗੂਮੈਂਟ ਰਾਹੀਂ ਵਾਈਸ ਚਾਂਸਲਰ ਸਾਹਿਬ ਨਾਲ ਗੱਲ ਕਰਕੇ ਟੇਬਲ ਤੇ ਬੈਠ ਕੇ ਤਾਂ ਹੀ ਅਸੀਂ ਕਿਹਾ ਵੀ ਮਿਲ ਕੇ ਉਹਨਾਂ ਨਾਲ ਗੱਲ ਕਰਾਂਗੇ। ਆਹ ਜਿਹੜੇ ਪੰਜਾਬੀ ਅਧਿਐਨ ਦਾ ਜੇ ਕੰਪਿਊਟਰੀਕਰਨ ਪੰਜਾਬੀ 'ਚ ਕੰਪਿਊਟਰੀਕਰਨ ਦੀ ਰਿਸਰਚ ਡਾਕਟਰ ਜਸਪਾਲ ਸਿੰਘ ਹੋਰਾਂ ਵੇਲੇ ਹੋਈ ਤੇ ਇੱਕ ਬੜੀ ਨਿਵੇਕਲੀ ਗੱਲ ਸੀ। ਇੱਕ ਹੋਰ ਦੱਸਦਾ, ਮਾਕਾ ਯੂਨੀਵਰਸਿਟੀ ਲਗਾਤਾਰ ਜਿਹੜੀਆਂ ਤੁਸੀਂ ਕਹਿੰਦੇ ਹੋ ਗਰਾਉਣ ਵਾਲੀਆਂ ਗੱਲਾਂ ਉਹ ਆਪਾਂ ਗਣਾਉਂਦੇ ਨਹੀਂ, ਉਹਨਾਂ ਨੂੰ ਇਗਨੋਰ ਕਰ ਦਿੰਦੇ ਆ। ਮਾਕਾ ਯੂਨੀਵਰਸਿਟੀ ਟਰਾਫੀ ਲਗਾਤਾਰ ਯੂਨੀਵਰਸਿਟੀ ਜਿੱਤਦੀ ਰਹੀ ਆ। ਹੁਣ ਜਿਸ ਦਿਨ ਦੇ ਅਸੀਂ ਹਟੇ ਆ ਉਸ ਦਿਨ ਦੇ ਮਾਕਾ ਯੂਨੀਵਰਸਿਟੀ ਵੀ ਗਈ। ਕਾਰਨ ਕੀ ਬਣਿਆ? ਇਹਨਾਂ ਨੇ ਸਪੋਰਟ ਯੂਨੀਵਰਸਿਟੀ ਨਾਲ ਖੋਲ੍ਹਤੀ, ਫਿਜ਼ੀਕਲ ਕਾਲਜ ਡੀ ਲਿੰਕ ਹੋ ਗਿਆ ਤੇ ਯੂਨੀਵਰਸਿਟੀ ਦਾ ਇੱਕ ਜਿਹੜਾ ਗੌਰਵ ਸੀ ਦੁਨੀਆ 'ਚ
ਉਹ ਖਤਮ ਹੋ ਗਿਆ ਮਾਕਾ ਯੂਨੀਵਰਸਿਟੀ, ਹੁਣ ਹੋਰ ਯੂਨੀਵਰਸਿਟੀਆਂ ਲੈ ਆਪਣੀ ਹੈ ਜੀ ਜਿਹੜੀ ਜਿੱਤ ਹੈਂ? ਰਹੀ ਹੈ ਗੁਰੂ ਨਾਨਕ ਯਾਰ ਦੀ ਚਾਹੇ ਆਪਣੀ ਕੋਈ ਹੈ, ਹੋਵੇ ਜਿੱਤ ਰਹੀ ਹੈ। ਪਰ ਆਪਣੇ ਇਸ ਯੂਨੀਵਰਸਿਟੀ ਦਾ ਸੱਟ ਵੱਜੀ ਨਾ। ਤੁਹਾਨੂੰ ਪਤਾ ਜੀ ਆਪਾਂ ਉੱਥੇ ਉਸ ਟਾਈਮ ਤੇ ਉੱਥੇ ਸੀਗਾ ਪੰਜਾਬੀ ਯੂਨੀਵਰਸਿਟੀ। ਹੁਣ ਰੋਹਤ ਪਰ ਦੱਸੇ ਨਾ ਵੀ ਇਹ ਪੰਜਾਬੀ ਯੂਨੀਵਰਸਿਟੀ ਨਾਲ ਆ ਕਿ ਕਿਸੇ ਹੋਰ ਨਾਲ। ਬੈਂਸ ਸਾਹਿਬ ਤੁਸੀਂ ਦਿੱਲੀ ਦੇ ਵਿੱਚ ਗੱਲ ਕੀਤੀ ਪੰਜਾਬੀ ਭਾਸ਼ਾ ਨੂੰ ਲੈ ਕੇ, ਪਰ ਪੰਜਾਬ ਦੇ ਬਹੁਤੇ ਸਕੂਲਾਂ ਦੇ ਵਿੱਚ ਜੇਕਰ ਕਨਵੈਂਟ ਸਕੂਲ ਲਾਈਏ, CBSE ICSE ਬੋਰਡ ਲਾਈਏ, ਇੱਥੇ ਪੰਜਾਬੀ ਖਤਮ ਹੁੰਦੀ ਜਾ ਰਹੀ ਆ। ਤੇ ਇਹਦੇ ਬਾਰੇ ਕਹਿਣਾ ਚਾਹੁੰਦੇ ਕਿ ਤੁਸੀਂ ਇਤਿਹਾਸ ਨੂੰ ਵਿਗਾੜਨ ਦੀ ਗੱਲ ਕੀਤੀ, ਪੰਜਾਬ ਦੇ ਜਿਹੜੇ ਇਤਿਹਾਸ ਆ ਉਹਦੇ ਬਾਰੇ ਵੀ ਜਿਹੜਾ ਧਰਨਾ ਲੱਗਾ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਹ ਰਾਜ ਦੇ ਵਿੱਚ ਸਿੱਖਾਂ ਦਾ ਇਤਿਹਾਸ ਹੀ ਵਿਗਾੜਿਆ ਗਿਆ। ਧਰਨਾ ਲੱਗਾ ਸਿੱਖਿਆ ਬੋਰਡ ਦੇ ਸਾਹਮਣੇ, ਡਾਕਟਰ ਦਲਜੀਤ ਸਿੰਘ ਚੀਮਾ ਉੱਤੇ ਇਲਜ਼ਾਮ ਲੱਗ ਰਹੇ ਨੇ। ਨਹੀਂ, ਉਹ ਜਿਹੜੇ ਤੁਸੀਂ ਇਲਜ਼ਾਮ ਦੀ ਗੱਲ ਕਰ ਰਹੇ ਹੋ, ਉਹਦੇ ਇਲਜ਼ਾਮ ਜਿਹੜੇ ਨੇ ਉਹਨਾਂ ਦੇ ਜਵਾਬ ਜਿਨ੍ਹਾਂ ਦਾ ਤੁਸੀਂ ਨਾਂ ਲਿਆ ਉਹ ਖੁਦ ਦੇ ਚੁੱਕੇ ਨੇ, ਸੋ ਮੈਨੂੰ ਉਹ ਰਿਪੀਟ ਕਰਨ ਦੀ ਲੋੜ ਨਹੀਂ ਹੈ। ਲੇਕਿਨ ਜਿਹੜੇ ਤੁਸੀਂ ਵੈਸੇ ਗੱਲ ਕਰੋ, ਦੋ ਚੀਜ਼ਾਂ ਹੁੰਦੀਆਂ ਨੇ। ਪੰਜਾਬੀ ਭਾਸ਼ਾ ਜਿਹੜੀ ਮੈਂ ਦੱਸਣ ਲੱਗਾ, ਮੈਂ ਤੁਸੀਂ ਸਵਾਲ ਪੁੱਛ ਲਿਆ ਜੇ ਉਹ ਤਾਂ ਗਵਰਨਮੈਂਟ ਆਫ ਇੰਡੀਆ ਦਾ ਹੈ, ਉਹ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ CBSE ਦੇ ਕੋਰਸ ਪਰ ਜੇ ਤੁਸੀਂ ਮੈਂ ਤੁਹਾਨੂੰ ਸਿੱਧਾ ਸਵਾਲ ਕਰ ਲੈਣਾ ਜਾਂ ਜਵਾਬ ਦੇ ਲੈਣਾ ਕਿ ਪੰਜਾਬ ਦੇ ਵਿੱਚ ਪੰਜਾਬੀ ਕਲਚਰ ਜਾਂ ਸਿੱਖ ਕਲਚਰ, ਹਿਸਟਰੀ, ਰਿਲੀਜੀਅਸ ਆਈਡੈਂਟੀਟੀ ਉੱਤੇ ਜੋ ਕੁਝ ਵੀ ਕੀਤਾ ਗਿਆ ਅੱਜ ਤੱਕ, ਚਾਹੇ ਹੈਰੀਟੇਜ ਨੂੰ ਪ੍ਰੀਜ਼ਰਵ ਕਰਨ ਵਾਸਤੇ ਜੋ ਕੁਝ ਵੀ ਕੀਤਾ ਗਿਆ, ਜੇ ਅਕਾਲੀ ਸਰਕਾਰਾਂ ਤੋਂ ਇਲਾਵਾ ਕੋਈ ਇੱਕ ਚੀਜ਼ ਵੀ ਦੱਸ ਦਿਓ ਤਾਂ ਮੈਂ ਮੇਰੇ ਖਿਆਲ ਤੁਹਾਡੇ ਸਵਾਲ ਦਾ ਜਵਾਬ ਮੈਂ ਦਊਂਗਾ ਹੀ ਨਹੀਂ। ਜੋ ਕੁਝ ਵੀ ਅੱਜ ਤੱਕ ਕੀਤਾ ਗਿਆ ਸਿੱਖ ਹਿਸਟਰੀ ਨੂੰ, ਪੰਜਾਬ ਦੀ ਹਿਸਟਰੀ ਨੂੰ, ਪੰਜਾਬ ਦੇ ਕਲਚਰ ਨੂੰ, ਇੱਥੋਂ ਤੱਕ ਕਿ ਦੇਸ਼ ਦੀ ਆਜ਼ਾਦੀ ਵਿੱਚ ਜੋ ਪੰਜਾਬੀਆਂ ਦਾ ਰੋਲ ਆ ਉਹਦੇ ਵਾਸਤੇ ਵੀ ਜਿਸ ਸਕੇਲ ਦਾ ਮੈਮੋਰੀਅਲ ਕਰਤਾਰਪੁਰ ਸਾਹਿਬ ਬਣਾਇਆ ਗਿਆ, ਜਾਂ ਦੇਸ਼ ਦੀ ਜੰਗਾਂ ਦੇ ਵਿੱਚ ਜੋ ਪੰਜਾਬੀਆਂ ਦਾ ਦੇਣਾ ਉਹਦੇ ਵਾਸਤੇ ਵੀ ਜੇ ਕੀਤਾ ਗਿਆ, ਉਹ ਵੀ ਅਕਾਲੀ ਸਰਕਾਰਾਂ ਦੌਰਾਨ ਹੀ ਕੀਤਾ ਗਿਆ। ਜੇ ਖਾਲਸਾ ਹੈਰੀਟੇਜ ਕੰਪਲੈਕਸ ਬਣੇ ਉਹ ਵੀ ਸਾਡੇ ਟਾਈਮ ਹੀ ਬਣੇ। ਜੋ ਕੁਝ ਵੀ ਹੁੰਦਾ ਰਿਹਾ ਹੁਣ ਜੇ ਆਪਾਂ ਨੁਕਸ ਕੱਢਣੇ ਹੁਣ ਫਿਰ ਆਹ ਵੀ ਕਰਨਾ ਚਾਹੀਦਾ ਸੀਗਾ। ਇਟਸ ਐਨ ਆਨ ਗੋਇੰਗ ਪ੍ਰੋਸੈਸ। ਅਕਾਲੀ ਸਰਕਾਰਾਂ ਨੇ ਫਿਰ ਵੀ ਆਉਣਾ ਆ, ਜਿਹੜੀ ਚੀਜ਼ ਰਹਿੰਦੀ ਹੋਏਗੀ ਤੁਸੀਂ ਪੁਆਇੰਟ ਆਊਟ ਕਰਿਓ, ਉਹਨੂੰ ਵੀ ਦੂਰ ਕਰਾਂਗੇ। ਲੇਕਿਨ ਉਹ ਤੋਂ ਅੱਗੇ ਵੀ ਹਿਸਟਰੀ ਕਦੇ ਰੁਕਦੀ ਨਹੀਂ ਹੁੰਦੀ, ਉਹਦੇ ਉੱਤੇ ਵੀ ਸੁਧਾਰ ਵੀ ਹੁੰਦੇ ਰਹਿੰਦੇ ਆ, ਉਹ ਵੀ ਕਰਾਂਗੇ। ਲੇਕਿਨ ਜਿਹੜੇ ਕੀਤੇ ਨੇ ਅੱਜ ਤੱਕ ਉਹ ਸਿਰਫ ਅਕਾਲੀ ਸਰਕਾਰਾਂ ਦੌਰਾਨ ਹੋਏ ਆ, ਔਰ ਜਦੋਂ ਕਦੇ ਇਰੋਜਨ ਹੋਈ ਹੈ ਉਹ ਗੈਰ ਅਕਾਲੀ ਸਰਕਾਰਾਂ ਦੌਰਾਨ ਹੋਈ ਆ। ਇਹਦੇ ਬਾਰੇ ਤਾਂ ਮੇਰੇ ਖਿਆਲ ਆਪਾਂ ਨੂੰ ਬਹਿਸ ਦੀ ਵੀ ਲੋੜ ਨਹੀਂ। ਬੈਂਸ ਸਾਹਿਬ ਜਿਹੜਾ ਸਟਾਰਟਿੰਗ ਮੁੱਦਾ ਚੱਲੇ BSF ਦਾ ਜਿਹੜਾ ਦਾਇਰਾ ਦਾ ਹੈ, ਸੌਰੀ ਸਰ ਅਗੇਨ, BSF ਦਾ ਮੁੱਦਾ ਚੱਲਿਆ ਜੀ ਕਾਂਗਰਸ ਸਰਕਾਰ ਵੱਲੋਂ ਚੰਨੀ ਸਾਹਿਬ 50 ਕਿਲੋਮੀਟਰ ਜਿਹੜਾ ਏਰੀਆ। ਹਾਂ 50 ਕਿਲੋਮੀਟਰ ਦਾਇਰਾ ਸੀ। ਇਹ ਤੋਂ ਬਾਅਦ ਆ ਗਿਆ BBMB ਦਾ ਮੁੱਦਾ, ਹੁਣ ਆ ਗਿਆ ਪੰਜਾਬੀ ਯੂਨੀਵਰਸਿਟੀ ਦੇ ਡਿਪਾਰਟਮੈਂਟ ਭਰਤੀ ਕਰਨ ਦਾ ਮੁੱਦਾ, ਨਾਲ ਦੀ ਨਾਲ ਚੰਡੀਗੜ੍ਹ ਦਾ ਮੁੱਦਾ ਆ ਗਿਆ, ਨਾਲ ਦੀ ਨਾਲ ਮਨੋਹਰ ਲਾਲ ਖੱਟਰ ਕਹਿੰਦੇ ਨੇ 400 ਪਿੰਡ ਸਾਡੇ ਦਿਓ। ਇਸ ਵਾਰ ਦਾ ਮੁੱਦਾ ਨੂੰ ਕਹਿੰਦੇ ਪਹਿਲਾਂ ਹੱਲ ਕਰੋ, ਇਹ ਤੋਂ ਬਾਅਦ ਸਾਡੇ ਨਾਲ ਗੱਲ ਕਰੋ। ਇਹ ਸਾਰੀਆਂ ਗੱਲਾਂ ਜਿਹੜੀਆਂ ਹੋ ਰਹੀਆਂ, ਸਰਕਾਰ ਪਿਛਲੀ ਸਰਕਾਰ ਚੁੱਪ ਆ, ਆਹ ਸਰਕਾਰ ਲਗਭਗ ਹਾਲੇ ਤੱਕ ਚੁੱਪ ਆ। ਅਕਾਲੀ ਦਲ ਵੱਖਰਾ, ਜੇਕਰ ਸਰਕਾਰ ਚੁੱਪ ਰਹੀ, ਮੁੱਖ ਮੰਤਰੀ ਨਹੀਂ ਅੱਗੇ ਆਉਂਦੇ ਤਾਂ ਅਕਾਲੀ ਦਲ ਵੱਖਰੇ ਤੌਰ ਤੇ ਕੁਝ ਕਰੇਗਾ। ਨਿਊ ਤਾਂ ਚੰਦੂ ਬਾਜਵਾ ਸਾਹਿਬ ਨੇ ਜਵਾਬ ਦੇ ਦਿੱਤਾ ਉਸ ਗੱਲ ਦਾ, ਅਸੀਂ ਤਾਂ ਵੇਟ ਕਰ ਰਹੇ ਹਾਂ ਵੀ ਉਹਨਾਂ ਦਾ, ਕਿਉਂਕਿ ਪ੍ਰੈਰੋਗੇਟਿਵ ਹੈ ਗਵਰਨਮੈਂਟ। ਨਹੀਂ ਇਹਦੀ ਕੋਈ ਦੇਖੋ ਰਮਨ ਦੀ ਗੱਲ ਹੈ, ਇਹਦੀ ਕੋਈ ਡੇਟ ਨਹੀਂ ਹੁੰਦੀ, ਪਰ ਬੜਾ ਅਸੀਂ ਸਪਸ਼ਟ ਹਾਂ ਵੀ ਇਹ ਪਹਿਲ ਹੈਗੀ ਆ ਸਰਕਾਰ ਦੀ, ਕਿਉਂਕਿ ਪ੍ਰੈਰੋਗੇਟਿਵ ਸਰਕਾਰ ਦਾ। ਜੇ ਸਰਕਾਰ ਨੇ ਕੁਛ ਨਾ ਕੀਤਾ, ਜੇ ਸਰਕਾਰ ਲੀਪਾ ਪੋਚੀ ਕਰਦੀ ਰਹੀ ਤਾਂ ਅਕਾਲੀ ਦਲ ਨੂੰ ਮਤਲਬ ਚੁੱਪ ਕਰਕੇ ਨਹੀਂ ਬੈਠੇਗਾ, ਅਕਾਲੀ ਦਲ ਆਏਗਾ ਅੱਗੇ। ਔਰ ਇਹਦਾ ਹੱਲ ਹੁਣ ਮਤਲਬ ਜੇ ਆਪਾਂ ਦੇਖੀਏ ਨਾ ਵੀ ਮਤਾ ਪਾ ਕੇ ਕੰਮ ਸਰ ਜਾਏਗਾ, ਇਹ ਮਤਾ ਪਾ ਕੇ ਨਹੀਂ ਹੁਣ ਕੰਮ ਸਰਨਾ। ਬੜੀ ਕਲੀਅਰ ਗੱਲ ਆ। ਜਿਸ ਤਰ੍ਹਾਂ ਦੀ ਇੱਕ ਸਾਜ਼ਿਸ਼ ਲੱਗ ਰਹੀ ਆ, ਜਿਸ ਤਰ੍ਹਾਂ ਦਿੱਲੀ ਦਾ ਧਾਵਾ ਕੇਂਦਰ ਦਾ ਪੰਜਾਬ ਦੇ ਮਸਲਿਆਂ ਦੇ, ਜਿਸ ਤਰ੍ਹਾਂ ਰਾਜਸੀ ਲਾਹਾ ਲੈਣਾ ਚਾਹੁੰਦੀ ਹੈ ਗਵਾਂਢੀ ਸੂਬੇ ਦੀ ਸਰਕਾਰ, ਜਾਂ ਇਹ ਕਹਿ ਲਓ ਵੀ ਪੰਜਾਬ ਦੀ ਸਰਕਾਰ ਦੀ ਕਮਜ਼ੋਰੀ ਦਾ ਪਤਾ ਲੱਗ ਗਿਆ ਸੂਬਾ ਸਰਕਾਰ ਨੂੰ ਕਿ ਇਹਨਾਂ ਦਾ ਰਿਮੋਟ ਕੰਟਰੋਲ ਕਿਹਦੇ ਹੱਥ 'ਚ ਆ, ਤੇ ਜਿਹਦੇ ਹੱਥ 'ਚ ਰਿਮੋਟ ਕੰਟਰੋਲ ਆ ਉਹਨੂੰ ਕਾਬੂ ਕਿਵੇਂ ਕਰਿਆ ਜਾ ਸਕਦਾ, ਉਹਦੀਆਂ ਕੀ ਕਮਜ਼ੋਰੀਆਂ ਨੇ, ਇਹ ਜੱਗ ਜ਼ਾਹਰ ਹੋ ਗਈਆਂ ਮਤਲਬ ਸੂਬਾ ਸਰਕਾਰ ਗਵਾਂਢੀ ਸੂਬੇ ਨੂੰ। ਤਾਂ ਉਹਦਾ ਲਾਹਾ ਲੈ ਰਹੀ ਆ, ਉਹ ਬਹੁਤੀ ਦੇਰ ਲਾਹਾ ਲੈ ਨਹੀਂ ਸਕੇਗੀ, ਕਿਉਂਕਿ ਅਸੀਂ ਵੀ ਚੁੱਪ ਨਹੀਂ ਬੈਠਾਂਗੇ। ਇਸੇ ਕਰਕੇ ਮੈਂ ਕਿਹਾ ਵੀ ਪੰਜਾਬ ਦੀ ਸਰਕਾਰ ਨੂੰ ਤੇ ਪੰਜਾਬ ਦੀ ਆਪ ਪਾਰਟੀ ਦੀ ਲੀਡਰਸ਼ਿਪ ਨੂੰ ਦੁਬਿਧਾ ਦੂਰ ਕਰਨੀ ਪਏਗੀ, ਸਪਸ਼ਟਤਾ ਲਿਆਉਣੀ ਪਏਗੀ, ਔਰ ਇਹ ਕਲੀਅਰ ਕੱਟ ਦੱਸਣਾ ਪਏਗਾ ਕਿ ਪੰਜਾਬ ਨਾਲ ਖੜਨਾ ਜਾਂ ਕੇਜਰੀਵਾਲ ਸਾਹਿਬ ਦੀ ਝੇਪ 'ਚ ਮਤਲਬ ਪੰਜਾਬ ਨੂੰ ਛੱਡਣਾ। ਕੇਂਦਰ ਵੱਲੋਂ ਲਗਾਤਾਰ ਜਿਸ ਤਰ੍ਹਾਂ ਫੈਸਲੇ ਕੀਤੇ ਜਾ ਰਹੇ ਜੀ, BBMB ਚਾਹੇ ਉਸ ਦੀ ਸੀਰੀਜ਼ 'ਚ ਅੱਗੇ ਜਿਸ ਤਰ੍ਹਾਂ ਸਮਾਰਟ ਮੀਟਰਾਂ ਦਾ ਜ਼ਿਕਰ ਕੀਤਾ ਗਿਆ ਕਿ ਸਮਾਰਟ ਮੀਟਰ ਲਗਾਏ ਜਾਣ, ਪ੍ਰੀਪੇਡ ਮੀਟਰ ਲਗਾਏ ਜਾਣ, ਉਹਨੂੰ ਕਿਵੇਂ ਦੇਖੋ? ਦੇਖੋ ਇਹ ਵੀ ਪੰਜਾਬ ਸਰਕਾਰ ਦਾ, ਇਹ ਵੀ ਪੰਜਾਬ ਸਰਕਾਰ ਦਾ ਇਮਤਿਹਾਨ ਆ। ਇਹ ਵੀ ਪੰਜਾਬ ਸਰਕਾਰ ਨੂੰ ਸਪਸ਼ਟ ਕਰਨਾ ਪਏਗਾ ਕਿ ਹੁਣ 300 ਯੂਨਿਟ ਬਿਜਲੀ ਮਾਫ ਦਾ ਵਾਅਦਾ ਕਰਕੇ ਸੀ ਵੀ ਦੂਜੇ ਦਿਨ ਮਾਫ ਹੋ ਜਾਣਗੇ। ਹੁਣ ਬਾਕੀ ਗੱਲਾਂ ਤਾਂ ਕਹਿਤੀਆਂ, ਗੁਜਰਾਤ ਜਾ ਕੇ ਵੀ ਮੁੱਖ ਮੰਤਰੀ ਸਾਹਿਬ ਨੇ ਜੀ 10 ਦਿਨਾਂ 'ਚ ਇਹ ਕਰਤਾ, ਤੇ ਨਾ ਸਮਾਰਟ ਮੀਟਰਾਂ ਬਾਰੇ ਗੱਲ ਕੀਤੀ,
300 ਯੂਨਿਟ ਬਿਜਲੀ ਬਾਰੇ, ਨਾ 1000 ਰੁਪਇਆ ਬੀਬੀਆਂ ਡੀਕ ਰਹੀਆਂ ਘਰਾਂ 'ਚ, 1000 ਰੁਪਇਆ ਆਉਣ ਵਾਲਾ ਉਹ ਨਹੀਂ ਪਹੁੰਚਿਆ। ਤੇ ਇਹ ਗੱਲਾਂ ਦਾ ਜਵਾਬ ਤਾਂ ਹੁਣ ਦੇਣਾ ਪਏਗਾ। ਚੰਦੂਮਾਜਰਾ ਸਾਹਿਬ, ਅਗਲੀਆਂ ਚੋਣਾਂ ਤੋਂ ਪਹਿਲਾਂ ਆਸ ਕਰਦੇ ਆ ਕਿ ਅਕਾਲੀ ਦਲ ਕੋਈ ਸਖਤ ਫੈਸਲਾ ਲਵੇਗਾ ਚੰਡੀਗੜ੍ਹ ਨੂੰ ਲੈ ਕੇ, ਬੀਬੀਐਮਬੀ ਨੂੰ ਲੈ ਕੇ, ਕੇਂਦਰ ਦੇ ਧੱਕੇ ਨੂੰ ਲੈ ਕੇ। ਦੇਖੋ, ਜਿਸ ਤਰ੍ਹਾਂ ਮੁਲਕ ਦੇ ਵਿੱਚ ਹਾਲਾਤ ਬਣ ਰਹੇ ਨੇ, ਪੰਜਾਬ ਦੇ ਮਸਲਿਆਂ 'ਚ ਕੇਂਦਰ ਦਾ ਦਖਲ ਵੱਧ ਰਿਹਾ, ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਜ਼ੋਰਦਾਰ ਸੰਘਰਸ਼ ਪੰਜਾਬੀਆਂ ਨੂੰ ਲੜਨਾ ਪਏਗਾ ਔਰ ਉਹਦੇ ਲਈ ਤਿਆਰ ਰਹਿਣਾ ਪਏਗਾ। ਜਿਹੜੀ ਰਮਨ ਜੀ ਤੁਸੀਂ ਗੱਲ ਕੀਤੀ ਹੈ ਨਾ, ਕਈ ਮੁੱਦੇ ਤੁਸੀਂ ਉਹ ਇਕੱਠੇ ਕਰਕੇ ਜਿਹੜੀ ਗੱਲ ਕੀਤੀ ਹੈ ਨਾ, ਉਹ ਮੈਂ ਵਰਡ ਯੂਜ਼ ਕੀਤਾ ਸੀ, ਮੈਂ ਆਈ ਵਾਂਟ ਟੂ ਰਿਪੀਟ ਦੈਟ ਕਿ देयर इज ए ਸਿਸਟਮੈਟਿਕ ਕਲਚਰਲ ਐਂਡ ਇਕਨੋਮਿਕ ਇਨਵੇਜਨ ਆਫ ਪੰਜਾਬ ਬਾਈ ਵੈਸਟਰਨ ਇੰਟਰਸਟ। ਵੈਸਟਰਨ ਇੰਟਰਸਟ ਨੂੰ ਤੁਸੀਂ ਕੋਟ ਸਮਝ ਲਓ ਕੌਣ ਕੌਣ ਬੰਦੇ ਨੇ। ਚੰਦੂਮਾਜਰਾ ਸਾਹਿਬ ਨੇ ਇਸ਼ਾਰਾ ਕਰਤਾ ਵੀ ਕਿਹਦੇ ਰਿਮੋਟ ਕੰਟਰੋਲ ਕਿਹਦੇ ਹੱਥ 'ਚ ਨੇ। ਉਹ ਜਿਹੜਾ ਸਿਸਟਮੈਟਿਕ ਕਲਚਰਲ ਐਂਡ ਇਕਨੋਮਿਕ ਇਨਵੇਜਨ ਆਫ ਪੰਜਾਬ ਆ, ਉਹਦੇ ਖਿਲਾਫ ਹੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੜਦਾ ਹੈ। ਚਲੋ ਚੰਗਾ ਜੀ, ਥੈਂਕ ਯੂ, ਓਕੇ।